ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਬ ਮਾਲੀ ਨੇ ਫਿਰ ਕਹਿਓ ਯਹ ਭੀ ਭੇਤ ਬਤਾਏ। ਕੈਪਟਨ ਮਰੀ ਕਹਿਣ ਲੱਗਾ, ਭਾਈ ਰਤਨ ਸਿੰਘ ਜੀ ਸਾਨੂੰ ਇਹ ਵੀ ਭੇਦ ਵਾਲੀ ਗੱਲ ਸਮਝਾਓ। ਪਤ ਸ਼ਾਹਨ ਔ ਗੁਰਨ ਕੋ ਪਰਿਓ ਬੈਰ ਜਿਤ ਭਾਏ। ਦਿੱਲੀ ਦੇ ਬਾਦਸ਼ਾਹਾਂ ਦਾ ਤੇ ਗੁਰੂ ਨਾਨਕ ਦੇ ਘਰ ਦਾ ਆਪਸ ਵਿੱਚ ਵੈਰ ਕਿਉਂ ਪੈ ਗਿਆ, ਵਿਰੋਧਤਾ ਕਿਉਂ ਹੋ ਗਈ? ਹਾਲਾਂਕਿ ਬਾਬਰ ਨੇ ਸਤਿਗੁਰਾਂ ਕੋਲੋਂ 7 ਪੁਸਤਾਂ ਦਾ ਰਾਜ ਮੰਗ ਕੇ ਲਿਆ ਸੀ। ਗੁਰੂ ਨਾਨਕ ਸਾਹਿਬ ਦੇ ਅਸ਼ੀਰਵਾਦ ਨਾਲ ਬਾਬਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਪਰ ਬਾਅਦ ਵਿੱਚ ਵਿਰੋਧੀ ਕਿਉਂ ਬਣ ਗਏ? ਚਾਉ ਪਈ ਤਬ ਮੈਂ ਉਸ ਕੋ ਭੇਤ ਬਤਾਇਓ। ਤਾਂ ਫਿਰ ਭਾਈ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਇਹ ਭੇਦ ਦੀ ਗੱਲ ਇਉਂ ਦੱਸਦੇ ਨੇ। ਗੁਰੂਅਨ ਸੋ ਜਿਮ ਉਨੈ ਕਮਾਇਓ। ਉਹ ਕਹਿੰਦੇ ਜੋ ਗੁਰੂਆਂ ਦੇ ਨਾਲ ਮੁਗਲਾਂ ਬਾਦਸ਼ਾਹਾਂ ਨੇ ਧੱਕੇ ਕੀਤੇ ਹਨ, ਉਹਦੇ ਕਾਰਨ ਕੀ ਬਣੇ ਨੇ ਸੋ ਦੱਸਦੇ ਹਾਂ। ਕਦੇ ਰਾਜੀ ਕਦੇ ਗੁੱਸੇ ਰਹਾਵੈ। ਇਹ ਜਦੋਂ ਦਾ ਸਤਿਗੁਰਾਂ ਦਾ ਘਰ ਗੁਰਤਾ ਗੱਦੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਤਾਪ ਵਧਿਆ, ਮੁਗਲਾਂ ਦੀ ਸਰਕਾਰ ਕਦੇ ਗੁਰੂ ਸਾਹਿਬ ਨਾਲ ਰਾਜੀ ਹੋ ਜਾਂਦੀ ਸੀ, ਕਦੀ ਨਾਰਾਜ਼ ਹੋ ਜਾਂਦੀ ਸੀ, ਪਰ ਜ਼ਿਆਦਾਤਰ ਜਹਾਂਗੀਰ ਦੇ ਸਮੇਂ ਆ ਕੇ ਗੱਲ ਵਿਗੜੀ ਹੈ। ਜਹਾਂਗੀਰ ਦੇ ਕੋਲ ਸ਼ੇਖ ਅਹਿਮਦ ਸਰਹੰਦੀ ਨਾਮ ਦਾ ਇੱਕ ਸ਼ੇਖ ਸੀਗਾ, ਜਿਹੜਾ ਅਕਬਰ ਦੇ ਸਮੇਂ ਚਾਹੁੰਦਾ ਸੀ ਕਿ ਮੈਂ ਪੰਜਾਬ ਵਿੱਚ ਇਸਲਾਮੀ ਧਰਮ ਦਾ ਪ੍ਰਚਾਰ ਕਰਾਂ, ਹੋਰ ਕੋਈ ਧਰਮ ਨਾ ਰਵੇ। ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ, ਫਤਿਹਗੜ੍ਹ ਸਾਹਿਬ ਗੁਰਦੁਆਰੇ ਤੋਂ ਅੱਧਾ ਕਿਲੋਮੀਟਰ ਤੁਸੀਂ ਪਠਾਣਾ ਦੀ ਬਸੀ ਵੱਲ ਜਾਓ ਤੇ ਸੱਜੇ ਹੱਥ ਰੋਜ਼ਾ ਸ਼ਰੀਫ ਹੈ। ਉਸ ਰੋਜ਼ਾ ਸ਼ਰੀਫ ਦੇ ਅੰਦਰ ਹੀ ਸ਼ੇਖ ਅਹਿਮਦ ਸਰਹੰਦੀ ਦੀ ਕਬਰ ਮੌਜੂਦ ਹੈ। ਇਹ ਸ਼ੇਖ ਅਹਿਮਦ ਸਰਹੰਦੀ ਜਿਹੜਾ ਸੀ ਬੜਾ ਮੁਤਸ਼ਬੀ ਕੱਟੜ ਸੀਗਾ। ਇਹ ਕਹਿੰਦਾ ਸੀ ਸਾਰੇ ਹਿੰਦ ਵਿੱਚ ਇਸਲਾਮ ਨੂੰ ਆਉਣਾ ਚਾਹੀਦਾ, ਪਰ ਅਕਬਰ ਦੇ ਸਮੇਂ ਉਹ ਗੱਲ ਚੱਲਦੀ ਨਹੀਂ ਸੀ। ਅਕਬਰ ਆਪਣੇ ਪੋਤਰੇ ਖੁਸਰੋ ਨੂੰ ਰਾਜ ਦੇਣ ਲਈ ਤਿਆਰ ਹੋਇਆ ਵੀ ਮੈਂ ਆਪਣੇ ਪੋਤਰੇ ਖੁਸਰੋ ਨੂੰ ਰਾਜ ਦੇਵਾਂਗਾ, ਤੇ ਜਹਾਂਗੀਰ ਨੂੰ ਇਹਨਾਂ ਲੋਕਾਂ ਨੇ ਭੜਕਾਤਾ ਵੀ ਤੂੰ ਤੇ ਤੇਰਾ ਤੇ ਰਾਜ ਨਹੀਂ ਬਣਨਾ, ਤੇਰੇ ਪੁੱਤਰ ਨੂੰ ਮਿਲ ਜਾਣਾ। ਜਹਾਂਗੀਰ ਨੇ ਇਹਨਾਂ ਲੋਕਾਂ ਨਾਲ ਗੱਲ ਕੀਤੀ, ਸਾਨੂੰ ਮੈਨੂੰ ਕਿਵੇਂ ਰਾਜ ਮਿਲ ਸਕਦਾ? ਉਹ ਕਹਿੰਦੇ ਜੇ ਤੂੰ ਸਾਡੀ ਗੱਲ ਮੰਨੇ ਤੈਨੂੰ ਰਾਜ ਦਵਾ ਦੇਾਂਗੇ। ਕੀ ਗੱਲ ਹੈ? ਸ਼ੇਖ ਅਹਿਮਦ ਸਰਹੰਦੀ ਨੇ ਕਿਹਾ ਜੇ ਤੂੰ ਬਾਦਸ਼ਾਹ ਬਣ ਗਿਆ ਤੇ ਤੈਨੂੰ ਜਿਹੜੇ ਰੋੜੇ ਹਨ ਇਸਲਾਮ ਦੇ ਰਸਤੇ ਵਿੱਚ ਚੁਗਣੇ ਪੈਣਗੇ। ਯਾਨੀ ਜਿਹੜੇ ਲੋਕ ਇਸਲਾਮ ਦਾ ਪ੍ਰਚਾਰ ਕਰਨ ਵਿੱਚ ਦਿੱਕਤ ਖੜੀ ਕਰ ਰਹੇ ਨੇ, ਉਹਨਾਂ ਦਾ ਇਸ਼ਾਰਾ ਸੀ ਗੁਰੂ ਅਰਜਨ ਦੇਵ ਜੀ ਵੱਲ। ਗੁਰੂ ਅਰਜਨ ਦੇਵ ਜੀ ਦੇ ਬਹੁਤ ਸਾਰੇ ਮੁਸਲਮਾਨ ਵੀ ਸੇਵਕ ਬਣ ਗਏ ਸਨ। ਸੁਖਮਨੀ ਸਾਹਿਬ ਪੜ੍ਹਨ ਲੱਗ ਪਏ, ਖੁਦ ਸਾਈਂ ਮੀਆਂ ਮੀਰ ਜੀ ਪੜ੍ਹਨ ਲੱਗ ਪਏ ਬਾਣੀ। ਤੇ ਇਹ ਲੋਕ ਜਿਹੜੇ ਹਨ ਇਹ ਸਾਡੇ ਇਸਲਾਮ ਦਾ ਪ੍ਰਚਾਰ ਨਹੀਂ ਹੋਣ ਦਿੰਦੇ, ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਵੇਗਾ। ਜਹਾਂਗੀਰ ਨੇ ਹਾਮੀ ਭਰ ਦਿੱਤੀ। ਜਹਾਂਗੀਰ ਨੇ ਕਿਤਾਬ ਲਿਖੀ ਹੈ, ਉਹਦਾ ਨਾਮ ਹੈ ਤੁਜ਼ਕੇ ਜਹਾਂਗੀਰੀ। ਉਹਨੇ ਆਪਣੀ ਡਾਇਰੀ ਲਿਖੀ ਹੈ। ਉਹ ਜਹਾਂਗੀਰ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਉਹਨੇ ਲਿਖਿਆ ਹੈ ਵੀ ਗੋਇੰਦਵਾਲ ਦੇ ਕਿਨਾਰੇ, ਬਿਆਸਾ ਦੇ ਕਿਨਾਰੇ ਗੋਇੰਦਵਾਲ ਨਗਰ ਦੇ ਵਿੱਚ ਅਰਜਨ ਮਲ ਨਾਮੀ ਗੁਰੂ ਰਹਿੰਦਾ ਸੀ, ਜੋ ਆਪਣੇ ਆਪ ਨੂੰ ਬੜਾ ਸ਼ੇਖ ਤੇ ਬੜਾ ਸੰਤ ਤੇ ਪੀਰ ਕਹਾਉਂਦਾ ਸੀ, ਔਰ ਪੀਰਾਂ ਦੇ ਲਿਬਾਸ ਵਿੱਚ ਮਹਾਂਪੁਰਸ਼ਾਂ ਦੇ ਰੂਪ ਵਿੱਚ ਉਹਨੇ ਆਪਣੀ ਝੂਠ ਦੀ ਦੁਕਾਨ 3-4 ਪੁਸਤਾਂ ਤੋਂ ਚਲਾਈ ਹੋਈ ਸੀ। ਤੇ ਮੇਰੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਸਨ ਤੇ ਮੈਂ ਉਸ ਦੁਕਾਨੇ ਬਾਤਲ ਨੂੰ ਬੰਦ ਕਰਨਾ ਚਾਹੁੰਦਾ ਸੀ। ਅਚਾਨਕ ਖੁਸਰੋ ਗੋਇੰਦਵਾਲ ਤੋਂ ਲੰਘਿਆ ਤੇ ਗੁਰੂ ਅਰਜਨ ਨੇ ਉਹਦੇ ਮੱਥੇ ਤੇ ਤਿਲਕ ਲਾ ਕੇ ਉਹਨੂੰ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਵਰਦਾਨ ਦਿੱਤਾ। ਇਸ ਗੱਲ ਦੀ ਜਦੋਂ ਮੇਰੇ ਕੋਲ ਸ਼ਿਕਾਇਤ ਆਈ ਤਾਂ ਮੈਂ ਗੁਰੂ ਅਰਜਨ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਮੁਰਤਜ਼ਾ ਖਾਨ ਨੂੰ ਦੇ ਕੇ ਉਹਦੇ ਬਾਲ ਬੱਚੇ ਨੂੰ ਤੇ ਉਹਦੇ ਘਰ ਘਾਟ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ। ਇਦਾਂ ਦੀ ਗੱਲ ਜਹਾਂਗੀਰ ਦੀ ਆਪਣੀ ਕਿਤਾਬ ਤੁਜ਼ਕੇ ਜਹਾਂਗੀਰ 'ਚ ਲਿਖੀ ਹੈ। ਸੋ ਜਹਾਂਗੀਰ ਤੋਂ ਆ ਕੇ ਤਾਂ ਗੁਰੂ ਘਰ ਨਾਲ ਵਿਗਾੜ ਪੈਣਾ ਸ਼ੁਰੂ ਹੋ ਗਿਆ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਭੇਜਿਆ ਗਿਆ। ਉੱਥੋਂ ਸਤਿਗੁਰੂ ਜਦੋਂ ਬਾਹਰ ਆਏ, ਜਹਾਂਗੀਰ ਨੂੰ ਸਮਝ ਆਈ, ਉਹਨੇ ਮਹਾਰਾਜ ਦੇ ਕੋਲੋਂ ਤੇ ਮਾਤਾ ਗੰਗਾ ਜੀ ਕੋਲੋਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੀ ਮਾਫੀ ਵੀ ਮੰਗੀ। ਇਹ ਵੀ ਕਥਾ ਜਗਤ ਪ੍ਰਸਿੱਧ ਹੈ। ਬਾਬਾ ਸ੍ਰੀ ਚੰਦ ਜੀ ਨੇ ਔਰ ਸਾਈਂ ਮੀਆਂ ਮੀਰ ਜੀ ਨੇ ਬਾਦਸ਼ਾਹ ਦੀਆਂ ਅੱਖਾਂ ਖੋਲੀਆਂ ਬਹੁਤ ਕਰੜੇ ਸ਼ਬਦਾਂ ਨਾਲ। ਸਾਈਂ ਮੀਆਂ ਮੀਰ ਜੀ ਨੇ ਵੀ ਸਮਝਾਇਆ ਵੀ ਤੂੰ ਗੁਨਾਹ ਕੀਤਾ ਹੈ, ਤੇ ਬਾਬਾ ਸ੍ਰੀ ਚੰਦ ਜੀ ਨੂੰ ਬੁਲਾਇਆ ਸੀ ਲਾਹੌਰ। ਜਹਾਂਗੀਰ ਨੇ ਆਪਣੀ ਕਚਹਿਰੀ ਦੇ ਵਿੱਚ
ਤੇ ਬਾਬਾ ਸ੍ਰੀ ਚੰਦ ਜੀ ਨੇ ਬਾਦਸ਼ਾਹ ਜਹਾਂਗੀਰ ਦੀ ਝਾੜ ਪਾਈ ਸੀ ਵੀ ਤੂੰ ਕੀ ਬਣਿਆ ਫਿਰਦਾ, ਸੱਚੇ ਪਾਤਸ਼ਾਹ ਨੂੰ ਤਵੀਆਂ ਤੇ ਬਿਠਾਇਆ ਹੈ। ਜਹਾਂਗੀਰ ਨੇ ਮਾਤਾ ਗੰਗਾ ਜੀ ਕੋਲੋਂ, ਗੁਰੂ ਹਰਗੋਬਿੰਦ ਸਾਹਿਬ ਕੋਲੋਂ ਸ੍ਰੀ ਅੰਮ੍ਰਿਤਸਰ ਜਾ ਕੇ ਮਾਫੀ ਮੰਗੀ। ਫਿਰ ਸੁਲ੍ਹਾ ਹੋ ਗਈ, ਆਪਸ ਵਿੱਚ ਵਰਤਾਰਾ ਠੀਕ ਹੋ ਗਿਆ। ਪਰ ਜਹਾਂਗੀਰ ਦੀ ਮੌਤ ਤੋਂ ਬਾਅਦ 1629 ਤੋਂ ਬਾਅਦ ਜਿਹੜਾ ਬਾਦਸ਼ਾਹ ਬਣਿਆ ਸ਼ਾਹਜਹਾਨ ਬਾਦਸ਼ਾਹ ਨੇ ਫਿਰ 4 ਵਾਰੀ ਗੁਰੂ ਘਰ ਤੇ ਅਟੈਕ ਕੀਤੇ। 4 ਲੜਾਈਆਂ, ਇੱਕ ਸ੍ਰੀ ਅੰਮ੍ਰਿਤਸਰ ਦੀ ਧਰਤੀ ਤੇ ਹੋਈ, ਦੂਸਰੀ ਜੰਗ ਸ੍ਰੀ ਹਰਗੋਬਿੰਦਪੁਰੇ ਹੋਈ, ਤੀਸਰੀ ਸ੍ਰੀ ਮਹਾਰਾਜ ਹੋਈ ਤੇ ਚੌਥੀ ਸ੍ਰੀ ਕਰਤਾਰਪੁਰ ਸਾਹਿਬ ਹੋਈ। 4 ਜੰਗਾਂ ਤੋਂ ਬਾਅਦ ਸ਼ਾਹਜਹਾਨ ਦੀ ਵੀ ਅਕਲ ਟਿਕਾਣੇ ਆ ਗਈ ਵੀ ਇਹ ਤਾਂ ਸੱਚਾ ਘਰ ਹੈ, ਇਹਦੇ ਨਾਲ ਮੱਥਾ ਲਾ ਕੇ ਮੱਥਾ ਹੀ ਭਨਵਾਉਣ ਵਾਲੀ ਗੱਲ ਹੈ, ਹਰ ਵਾਰੀ ਮੇਰੀ ਹਾਰ ਹੁੰਦੀ ਹੈ। ਸੋ ਸ਼ਾਹਜਹਾਨ ਨੂੰ ਉਦੋਂ ਲੋੜ ਪਈ ਗੁਰੂ ਘਰ ਦੀ, ਜਦੋਂ ਉਹਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਵੀ ਸ਼ਾਹਜਹਾਨ ਦਾ ਪੁੱਤਰ ਸੀ, ਛੋਟਾ ਤੇ ਵੱਡਾ ਸੀ ਦਾਰਾ ਸ਼ਿਕੋਹ, ਆਪਣੇ ਵੱਡੇ ਭਰਾ ਨੂੰ ਮਾਰਨ ਵਾਸਤੇ ਸ਼ੇਰ ਦੀਆਂ ਮੁੱਛਾਂ ਦੇ ਵਾਲ ਚਾਵਲਾਂ 'ਚ ਪਾ ਕੇ ਖਵਾ ਦਿੱਤੇ। ਦਾਰਾ ਸ਼ਿਕੋਹ ਬਿਮਾਰ ਹੋ ਗਿਆ। ਸਤਿਗੁਰੂ ਹਰਿਰਾਏ ਸਾਹਿਬ ਉਦੋਂ ਗੱਦੀ ਤੇ ਸਨ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰੂ ਸਾਹਿਬ ਦੀ ਕਿਰਪਾ ਨਾਲ ਦਾਰਾ ਸ਼ਿਕੋਹ ਦੀ ਜਾਨ ਬਚੀ। ਲੰਮੀ ਕਥਾ ਹੈ। ਔਰੰਗਜ਼ੇਬ ਨੂੰ ਪਤਾ ਲੱਗਾ ਕਿ ਦਾਰਾ ਸ਼ਿਕੋਹ ਦੀ ਜਾਨ ਮੇਰੇ ਭਾਈ ਦੀ ਜਾਨ ਯਾਨੀ ਮੇਰੇ ਦੁਸ਼ਮਣ ਦੀ ਜਾਨ ਬਚਾਈ ਗੁਰੂ ਹਰਿਰਾਏ ਸਾਹਿਬ ਨੇ। ਗੁਰੂ ਸਾਹਿਬ ਦਾ ਵਿਰੋਧੀ ਬਣ ਗਿਆ। ਉਸ ਨੇ ਗੁਰੂ ਹਰਿਰਾਏ ਸਾਹਿਬ ਨੂੰ ਦਿੱਲੀ ਸੱਦਿਆ ਵੀ ਤੁਸੀਂ ਦਿੱਲੀ ਆ ਕੇ ਮੈਨੂੰ ਮਿਲੋ। ਸਤਿਗੁਰੂ ਆਪ ਨਹੀਂ ਗਏ, ਆਪਣੇ ਵੱਡੇ ਸਾਹਿਬਜ਼ਾਦਾ ਬਾਬਾ ਰਾਮ ਰਾਏ ਜੀ ਨੂੰ ਭੇਜਿਆ, ਬੇਅੰਤ ਕਰਾਮਾਤਾਂ ਸ਼ਕਤੀਆਂ ਦੇ ਕੇ। ਜਦੋਂ ਸਤਿਗੁਰੂ ਹਰਿਰਾਏ ਸਾਹਿਬ ਜੋਤੀ ਜੋਤ ਸਮਾਏ, ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਤੀ। ਫਿਰ ਔਰੰਗਜ਼ੇਬ ਨੇ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਸੱਦਿਆ। ਅੰਦਰ ਉਹਦੇ ਵਿਰੋਧਤਾ ਦੀ ਅੱਗ ਭੜਕਦੀ ਰਹੀ। ਸੋ ਉਹ ਗੱਲ ਹੁਣ ਕੈਪਟਨ ਮਰੀ ਪੁੱਛਦਾ ਹੈ ਵੀ ਇਹ ਵਿਰੋਧਤਾ ਕਿੱਥੋਂ ਕਿਵੇਂ ਸੁਲਗਦੀ ਰਹੀ ਹੈ ਤੇ ਕਿਵੇਂ ਵੱਧਦੀ ਰਹੀ ਹੈ। ਤਾਂ ਕਹਿ ਭਾਈ ਰਤਨ ਸਿੰਘ ਜੀ ਕਹਿੰਦੇ ਆ ਵੀ ਕਦੀ ਤਾਂ ਗੁਰੂ ਘਰ ਨਾਲ ਸੁਲ੍ਹਾ ਹੋ ਜਾਂਦੀ ਸੀ ਤੇ ਕਦੀ ਵਿਗਾੜ ਪੈ ਜਾਂਦਾ ਸੀ। ਸੋ ਚਾਲ ਜਾਤ ਨਹੀਂ ਸਿਰ ਆਵੈ। ਸੋ ਉਹ ਸਮਾਂ ਜਿਹੜਾ ਸੀ ਉਹ ਲੱਗਦਾ ਜਾਂਦਾ ਸੀ, ਸਿਰੇ ਨਹੀਂ ਸੀ ਆਉਂਦੇ ਬਾਦਸ਼ਾਹ। ਯਾਨੀ ਔਰੰਗਜ਼ੇਬ ਤੋਂ ਪਹਿਲੇ ਜਿਹੜੇ ਬਾਦਸ਼ਾਹ ਸਨ ਉਹ ਮੌਕਾ ਵੇਖਦੇ ਸਨ ਵੀ ਜੇ ਕਿਤੇ ਇਸ ਦੇਸ਼ ਦੇ ਵਿੱਚ ਪਰਜਾ ਵਿੱਚ ਬਗਾਵਤ ਹੋ ਗਈ ਫਿਰ ਕੀ ਕਰਾਂਗੇ। ਗੁਰੂ ਨਾਨਕ ਦਾ ਘਰ ਬੜਾ ਉੱਚਾ ਹੈ, ਸੁੱਚਾ ਹੈ, ਵੱਡਾ ਹੈ। ਇਸ ਕਰਕੇ ਰਾਜਨੀਤੀ ਦੇ ਪੱਖ ਤੋਂ ਬਾਦਸ਼ਾਹ ਲੋਕ ਜਿਹੜੇ ਸਨ ਮੌਕਾ ਵਿਚਾਰ ਲੈਂਦੇ, ਸਿਰੇ ਨਹੀਂ ਸੀ ਆਉਂਦੇ। ਰਾਜਨ ਰੰਗੇ ਸਿਰ ਜਬ ਆਇਓ। ਜਦੋਂ ਬਾਦਸ਼ਾਹ ਔਰੰਗਜ਼ੇਬ 1658 ਵਿੱਚ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਵੱਡੋ ਪਾਪ ਉਸ ਕੈ ਦਿਲ ਭਾਇਓ। ਉਹਦੇ ਦਿਲ ਵਿੱਚ ਪਾਪ ਦੀ ਬਿਰਤੀ ਆ ਗਈ। ਇਤ ਨੌਰੰਗ ਉਤ ਤੇਗ ਬਹਾਦਰ। ਇਧਰ ਔਰੰਗਜ਼ੇਬ ਗੱਦੀ ਤੇ ਆ ਗਿਆ ਤੇ ਉਧਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 9ਵੇਂ ਪਾਤਸ਼ਾਹ ਗੱਦੀ ਤੇ ਆ ਗਏ। ਭਏ ਜਗਤ ਮੈਂ ਦੋ ਉਜਾਗਰ। ਇਹ ਪ੍ਰਗਟ ਹੋ ਗਏ ਗੁਰੂ ਨਾਨਕ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਹਨ, ਦਿੱਲੀ ਦੇ ਤਖਤ ਤੇ ਔਰੰਗਜ਼ੇਬ ਹੈ। ਦੋਹਰਾ ਹੁਤੋ ਨੌਰੰਗੇ ਪ੍ਰਣ ਕੀਓ, ਤਖਤ ਬਹਿਣ ਸੋ ਕਾਲ। ਕਹਿੰਦੇ ਔਰੰਗਜ਼ੇਬ ਨੇ ਤਖਤ ਤੇ ਬਹਿਣ ਲੱਗਿਆ ਇਹ ਪਰਨ ਕਰ ਲਿਆ। ਤੁਰਕ ਕਰਾਉ ਸਭ ਹਿੰਦੂਆਂ, ਸੂਬੈ ਬਾਈਨ ਭਾਲ। ਬਾਦਸ਼ਾਹ ਔਰੰਗਜ਼ੇਬ ਨੇ ਇਹ ਪਰਨ ਕੀਤਾ ਵੀ ਬੰਗਲਾਦੇਸ਼ ਤੋਂ ਲੈ ਕੇ ਜਿੱਥੋਂ ਤੱਕ ਮੇਰਾ ਰਾਜ ਹੈ, ਕਾਬਲ ਕੰਧਾਰ ਤੱਕ ਮੈਂ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦੇਣਾ ਹੈ। ਜਾਓ ਪਈ ਤੇਗ ਬਹਾਦਰ ਬੜ ਬਲ ਧਾਰੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਪੁਰਸ਼, ਬੜੀ ਬਲੀ ਪੁਰਸ਼ ਆਤਮਾ ਸਨ। ਪ੍ਰਗਟ ਭਈ ਗੱਲ ਦੁਨੀਆ ਸਾਰੀ। ਉਹਨਾਂ ਦੀ ਮਹਿਮਾ ਵੀ ਜਗਤ 'ਚ ਪ੍ਰਗਟ ਹੋ ਗਈ। ਜਾਂ ਪੈ ਆਏ ਪਰੈ ਕੋ ਦੁੱਖ। ਜਿਹਦੇ ਉੱਤੇ ਵੀ ਕੋਈ ਦੁੱਖ ਆਉਂਦਾ ਸੀ, ਕੋਈ ਮੁਸੀਬਤ ਆਉਂਦੀ ਸੀ, ਪਰੈ ਚਰਨ ਮੈਂ ਹੋਵੈ ਸੁਖ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ 'ਚ ਆ ਜਾਂਦੇ ਸੀ ਤੇ ਗੁਰੂ ਸਾਹਿਬ ਉਹਨਾਂ ਦੇ ਦੁੱਖ ਦੂਰ ਕਰ ਦਿੰਦੇ ਸੀ। ਦੁਨੀਆ ਮਤਲਬ ਸੁਖ ਕੀ ਸਾਰੀ। ਇਹ ਦੁਨੀਆ ਸਾਰੀ ਸੁੱਖ ਦੀ ਹੈ, ਮਤਲਬ ਦੀ ਹੈ। ਸੁੱਖ ਮਿਲਣਾ ਚਾਹੀਦਾ ਜਿੱਥੋਂ ਮਰਜ਼ੀ ਮਿਲ ਜਾਵੇ। ਜਿੱਥੇ ਸੁੱਖ ਮਿਲਦਾ ਸਾਰੇ ਉੱਥੇ ਭੱਜ ਕੇ ਜਾਂਦੇ ਨੇ। ਆਵੈ ਸ਼ਰਣੀ ਜਿਹ ਭੈ ਹਾਰੀ। ਜਿਸ ਘਰ ਵਿੱਚ ਆ ਕੇ ਬੰਦੇ ਦਾ ਡਰ ਦੂਰ ਹੁੰਦਾ ਹੋਵੇ, ਜਿੱਥੇ ਜਾ ਕੇ ਚਿੰਤਾ ਮੁਕਤ ਹੋਈਏ, ਉੱਥੇ ਸਾਰੇ ਜਾਂਦੇ ਨੇ।
ਲਗਤ ਚਰਨ ਹੋਏ ਤੁਰਤ ਸੁਖਾਰੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਮਹਿਮਾ ਪਸਰ ਗਈ ਵੀ ਜਿਹੜਾ ਪੈਰੀ ਪੈਂਦਾ ਉਹ ਹੀ ਸੁਖੀ ਹੋ ਜਾਂਦਾ ਹੈ। ਪ੍ਰਗਟ ਭਈ ਜਹ ਗਲ ਜਗ ਸਾਰੈ। ਇਹ ਗੱਲ ਸਾਰੇ ਜਗਤ ਵਿੱਚ ਪ੍ਰਗਟ ਹੋ ਗਈ। ਦੋਹਰਾ ਚੱਲੀ ਕਹਾਵਤ ਸਭ ਜਗੈ ਜਹ ਸਾਚੋ ਅਵਤਾਰ। ਇਹ ਗੱਲ ਸਾਰੇ ਜਗਤ ਵਿੱਚ ਚੱਲ ਪਈ ਵੀ ਇਹ ਕੋਈ ਸੱਚੇ ਅਵਤਾਰ ਮਹਾਪੁਰਸ਼ ਹਨ। ਸਰਣੀ ਆਵੈ ਜੋ ਉਸੈ ਸੋਊ ਉਤਰੈ ਪਾਰ। ਜਿਹੜਾ ਗੁਰੂ ਤੇਗ ਬਹਾਦਰ ਦੀ ਪੈਰੀ ਪਏਗਾ ਸ਼ਰਨ ਆਏਗਾ ਉਹ ਪਾਰ ਉਤਰੇਗਾ। ਚਾਉ ਪਈ ਤਾਉ ਲਉ ਤੁਰਕਨ ਪਾਇਓ ਜੋਰ। ਉਧਰੋਂ ਤੁਰਕਾਂ ਨੇ ਔਰੰਗਜ਼ੇਬ ਬਾਦਸ਼ਾਹ ਨੇ ਜ਼ੋਰ ਪਾ ਦਿੱਤਾ। ਮੁਸਲਮਾਨ ਕਰੈ ਹਿੰਦੂਆਂ ਟੋਰ। ਲੱਭ ਲੱਭ ਕੇ ਹਿੰਦੂਆਂ ਦੇ ਮੰਦਿਰ ਤੋੜੇ 1100 ਮੰਦਿਰ ਮਥੁਰਾ ਸ਼ਹਿਰ 'ਚ ਤੋੜਿਆ ਇਕੱਲੇ। ਮਥੁਰਾ ਪੁਸ਼ਕਰ ਅਜਮੇਰ ਜਿੰਨੇ ਸਥਾਨ ਸੀਗੇ ਔਰੰਗਜ਼ੇਬ ਨੇ ਸਾਰੇ ਹਿੰਦੂਆਂ ਦੇ ਢਾਹ ਦਿੱਤੇ। ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਜਨਮ ਭੂਮੀ ਹੈ ਮਥੁਰਾ ਮੰਡਲ ਕੇ ਵਿਖੇ ਪ੍ਰਗਟਿਓ ਸ੍ਰੀ ਜਗ ਰਾਏ। ਜਿੱਥੇ ਭਗਵਾਨ ਦਾ ਜਨਮ ਹੋਇਆ ਉਹ ਜਨਮ ਭੂਮੀ ਵੀ ਮੰਦਿਰ ਢਾਹ ਕੇ ਤੇ ਉੱਥੇ ਮਸਜਿਦ ਬਣਾਤੀ ਔਰੰਗਜ਼ੇਬ ਨੇ। ਕਾਸ਼ੀ ਦੇ ਅੰਦਰ ਭਗਵਾਨ ਵਿਸ਼ਵਨਾਥ ਜੀ ਦਾ ਪ੍ਰਾਚੀਨ ਮੰਦਿਰ ਹੈ ਸ਼ਿਵ ਜੀ ਦਾ। ਔਰੰਗਜ਼ੇਬ ਨੇ ਢਾਹ ਕੇ ਉੱਥੇ ਮਸਜਿਦ ਬਣਾ ਦਿੱਤੀ। ਹੋਰ ਬੜੇ ਬੜੇ ਪੁਰਾਣੇ ਪੁਸ਼ਕਰ ਬ੍ਰਹਮਾ ਦਾ ਪੁਰਾਣਾ ਮੰਦਿਰ ਬਹੁਤ ਪੁਰਾਣਾ ਮੰਦਿਰ ਹੈ ਉਹ ਵੀ ਢਾਹ ਕੇ 130 ਫੁੱਟ ਉੱਚਾ ਮੰਦਿਰ ਢਾਹ ਕੇ ਮਿੱਟੀ 'ਚ ਮਿਲਾ ਦਿੱਤਾ। ਤੀਰਥ ਪੁਸ਼ਕਰ ਨੂੰ ਪੂਰਨ ਦਾ ਵੀ ਯਤਨ ਕੀਤਾ। ਬੇਅੰਤ ਪਾਪ ਕੀਤੇ ਔਰੰਗਜ਼ੇਬ ਨੇ। ਤੋ ਹਿੰਦੂਆਂ ਕੋ ਚਿੰਤਾ ਪਰੀ। ਹਿੰਦੂਆਂ ਨੂੰ ਚਿੰਤਾ ਪੈ ਗਈ ਹੁਣ ਕੀ ਕਰੀਏ ਆਪਣਾ ਧਰਮ ਕਿਵੇਂ ਬਚਾਈਏ। ਮਸਲਤ ਇਉ ਤਬ ਹਿੰਦੂਆਂ ਕਰੀ। ਹਿੰਦੂਆਂ ਨੇ ਉਹ ਸਲਾਹ ਕੀਤੀ ਹੁਣ ਇਸ ਤਰ੍ਹਾਂ ਕਰੀਏ ਗੱਲ ਲਗਾਈਏ ਬ੍ਰਾਹਮਣ ਸੀਸ। ਆਪਾਂ ਬਾਹਮਣਾਂ ਦੇ ਸਿਰ ਗਲ ਪਾ ਦਈਏ। ਬਾਹਮਣ ਸਾਡੇ ਗੁਰੂ ਨੇ ਸਾਡੇ ਤੋਂ ਪੂਜਾ ਲੈ ਕੇ ਖਾਂਦੇ ਨੇ ਇਹਨਾਂ ਦੇ ਸਿਰ ਪਾ ਦਿੰਨੇ ਆ ਇਹ ਆਪੇ ਨਜਿੱਠ ਲੈਣਗੇ। ਜੋ ਉਨ ਕੀ ਕਸ਼ ਮੰਨੈ ਜਗਦੀਸ਼। ਜੇ ਉਹਨਾਂ ਦੀ ਪ੍ਰਮਾਤਮਾ ਵੀ ਕਹਿੰਦੇ ਸੁਣਦਾ ਤੇ ਬਾਦਸ਼ਾਹ ਵੀ ਸੁਣੇਗਾ ਹੀ। ਹਿੰਦੂ ਗਰੀਬਨ ਨੈ ਹੱਥ ਜੋੜੈ। ਉਹ ਵਿਚਾਰੇ ਹਿੰਦੂ ਗਰੀਬ ਬੇਬਸ ਹਨ ਕਿਉਂਕਿ ਪ੍ਰਜਾ ਰਾਜੇ ਦੇ ਸਾਹਮਣੇ ਬੇਬਸ ਹੁੰਦੀ ਹੈ ਕੋਈ ਚਾਰਾ ਨਹੀਂ ਚੱਲਦਾ ਲੋਕਾਂ ਦਾ। ਹਿੰਦੂਆਂ ਨੇ ਹੱਥ ਜੋੜ ਕੇ ਆਖਿਆ ਨੌ ਰੰਗਾ ਅੱਗਾ ਖੜੇ ਭਏ ਸੌੜੇ। ਹੱਥ ਜੋੜ ਕੇ ਕਹਿਣ ਲੱਗੇ ਬਾਦਸ਼ਾਹ ਸਾਨੂੰ ਕੋਈ ਇਤਰਾਜ਼ ਨਹੀਂ ਮੁਸਲਮਾਨ ਬਣਨ ਤੋਂ। ਹਮ ਹੈ ਬ੍ਰਾਹਮਣੋਂ ਕੇ ਅਧੀਨ। ਪਰ ਅਸੀਂ ਜਿੰਨੇ ਵੀ ਹਿੰਦੂ ਆ ਬਾਹਮਣਾਂ ਦੇ ਅਧੀਨ ਆ ਸਾਡੇ ਗੁਰੂ ਬਾਹਮਣ ਹਨ। ਜੇ ਬਾਹਮਣ ਸਾਨੂੰ ਕਹਿੰਦੇ ਇਦਾਂ ਦਾ ਕਰਮ ਕਰੋ ਅਸੀਂ ਕਰਦੇ ਆ। ਬਾਹਮਣ ਕਹਿੰਦੇ ਸਵੇਰੇ ਉੱਠੋ ਅਸੀਂ ਉੱਠਦੇ ਆ। ਬਾਹਮਣ ਕਹਿੰਦੇ ਪੂਜਾ ਕਰੋ ਅਸੀਂ ਕਰਦੇ ਆ। ਬਾਹਮਣ ਕਹਿੰਦੇ ਮੂਰਤੀ ਪੂਜਾ ਕਰੋ ਤਾਂ ਕਰਦੇ ਆ। ਜੇ ਬਾਹਮਣ ਕਹਿੰਦੇ ਵੇਦ ਪਾਠ ਕਰਾਓ ਅਸੀਂ ਕਰਾਉਂਦੇ ਆ। ਜੋ ਬਾਹਮਣ ਕਹਿੰਦੇ ਆ ਜਨੇਊ ਤਰੀਕੇ ਦੀ ਮਰਜ਼ਾਦਾ ਉਹ ਅਸੀਂ ਕਰਦੇ ਆ। ਉਨ ਕੋ ਲਿਆਵੋ ਪਹਿਲੇ ਦੀਨ। ਤੁਸੀਂ ਪਹਿਲਾਂ ਬਾਹਮਣਾਂ ਨੂੰ ਦੀਨ 'ਚ ਲੈ ਕੇ ਆਓ ਤੇ ਅਸੀਂ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਹਮ ਵੀ ਹੋਵਹਿ ਤਿਸਹਿ ਦੀਨ। ਅਸੀਂ ਵੀ ਉਹਨਾਂ ਦੇ ਬਾਹਮਣਾਂ ਦੇ ਮਗਰ ਮਗਰ ਤੁਹਾਡੇ ਦੀਨ 'ਚ ਆ ਜਾਵਾਂਗੇ। ਜਿਹੜੇ ਧਰਮ ਨੂੰ ਬਾਹਮਣ ਧਾਰਨ ਕਰਨਗੇ ਅਸੀਂ ਵੀ ਜਿਹੜਾ ਗੁਰੂ ਬਣੇਗਾ ਉਦਾਂ ਹੀ ਚੇਲੇ ਬਣ ਜਾਣਗੇ। ਬਾਹਮਣ ਗੁਰੂ ਹੈ ਜਗਤ ਕਾ ਸੰਸਾਰ ਦੀ ਮਰਜ਼ਾਦਾ ਹੈ। ਬ੍ਰਾਹਮਣ ਸਾਰੇ ਸੰਸਾਰ ਦਾ ਗੁਰੂ ਮੰਨਿਆ। ਜੇ ਸਾਡੇ ਗੁਰੂ ਹੀ ਸਾਡੇ ਹਿੰਦੂਆਂ ਦੇ ਗੁਰੂ ਹੀ ਮੁਸਲਮਾਨ ਬਣ ਗਏ ਅਸੀਂ ਵੀ ਬਣ ਜਾਵਾਂਗੇ। ਗਰੀਬ ਹਿੰਦੂਆਂ ਜਾਉ ਸ਼ਾਲਕੀਨ। ਕਹਿੰਦਾ ਹਿੰਦੂਆਂ ਵੀ ਗਰੀਬਾਂ ਨੇ ਵਿਚਾਰਿਆਂ ਨੇ ਆਪਣੀ ਜਾਨ ਛਡਾਉਣ ਵਾਸਤੇ ਜਦੋਂ ਕਿਸੇ ਦੀ ਜਾਨ ਤੇ ਬਣੀ ਹੋਵੇ ਨਾ ਉਹ ਕੋਈ ਨਾ ਕੋਈ ਹੀਲਾ ਤੇ ਕਰਦਾ ਹੀ। ਆਪਣੀ ਜਾਨ ਤਾਂ ਹਰ ਇੱਕ ਨੂੰ ਪਿਆਰੀ ਹੈ। ਉਹਨਾਂ ਨੇ ਆਪਣੀ ਜਾਨ ਛੁਡਾਉਣ ਲਈ ਖਹਿੜਾ ਛੁਡਾਉਣ ਲਈ ਬਾਹਮਣਾਂ ਦੇ ਗਲ ਪਾਤੀ ਸਾਰੀ ਗੱਲ। ਆਪਨ ਲੀਨੀ ਗੈਲ ਛੁਡਾਏ। ਆਪਣਾ ਪਿੱਛਾ ਛੁਡਾ ਲਿਆ ਤੇ ਬਾਹਮਣਾਂ ਦੀ ਗੱਲ ਮੁਸੀਬਤ ਪਾਤੀ। ਬ੍ਰਾਹਮਣ ਗਲ ਪਾਏ ਦਈ ਬੁਲਾਏ। ਉਹ ਬੜਾ ਬਾਹਮਣਾਂ ਦੇ ਗਲ ਪਾਤੀ। ਤਬ ਉਨ ਲੀਨੋ ਬ੍ਰਾਹਮਣ ਬੁਲਾਏ। ਹੁਣ ਬਾਦਸ਼ਾਹ ਨੇ ਬਾਹਮਣਾਂ ਨੂੰ ਸੱਦ ਲਿਆ ਵੀ ਬਾਹਮਣੋ ਤੁਸੀਂ ਆਓ ਇੱਧਰ ਤੁਸੀਂ ਦੱਸੋ ਮੁਸਲਮਾਨ ਬਣਨਾ ਹੈ ਕਿ ਮੌਤ ਦੇ ਘਾਟ ਉਤਾਰੀਏ ਤੁਹਾਨੂੰ। ਹਾਂਜੀ ਮੁਸਲਮਾਨ ਹੋ ਕਹਿਓ ਸੁਨਾਏ। ਇਹ ਸਾਫ਼-ਸਾਫ਼ ਸ਼ਬਦਾਂ 'ਚ ਕਹਿਤਾ ਵੀ ਮੁਸਲਮਾਨ ਬਣਨਾ ਪੈਣਾ ਮੇਰੇ ਰਾਜ ਵਿੱਚ ਰਹਿਣਾ ਤਾਂ। ਜੋ ਚਾਹੋ ਲਹੋ ਮੋਹਿ ਤੇ ਆਏ। ਜੋ ਲੈਣਾ ਚਾਹੁੰਦੇ ਹੋ ਮੈਂ ਤੁਹਾਨੂੰ ਦੇਵਾਂਗਾ। ਜੇ ਤੁਸੀਂ ਮੁਸਲਮਾਨ ਬਣੋਗੇ ਅਸੀਂ ਤੁਹਾਨੂੰ ਪੀਰਾਂ ਤਰ੍ਹਾਂ ਪੂਜਾਂਗੇ। ਤੁਹਾਨੂੰ ਹਰ ਤਰ੍ਹਾਂ ਦਾ ਅਸੀਂ ਖਰਚਾ ਦੇਵਾਂਗੇ। ਤੁਹਾਨੂੰ ਨੌਕਰੀਆਂ ਦੇਵਾਂਗੇ। ਸਰਕਾਰ ਦੇ ਵਿੱਚ ਤੁਹਾਡਾ ਪੂਰਾ ਰੁਤਬਾ ਰੱਖਾਂਗੇ। ਮੁਸਲਮਾਨ ਬਣਨਾ ਤੁਹਾਨੂੰ ਬਹੁਤ ਸਹੂਲਤਾਂ ਦੇਵਾਂਗੇ। ਬਿਰਤ ਤੁਰਕਨ ਗੈਲ ਦਇਓ ਲਗਾਏ। ਜਿਹੋ ਜੀ ਮੁਸਲਮਾਨਾਂ ਨੂੰ ਸਹੂਲਤ ਮਿਲਦੀ ਹੈ ਸਰਕਾਰੀ ਨੌਕਰਾਂ ਦੀ
ਜਗੀਰਾਂ ਦੀ ਜੋ ਵੀ ਮਿਲਦਾ ਹੈ ਸਰਕਾਰ ਵੱਲੋਂ ਉਹ ਤੁਹਾਨੂੰ ਪੂਰਾ ਹੱਕ ਮਿਲੇਗਾ। ਨਹੀਂ ਮੁਲਕ ਤਜ ਜਾਓ ਪਾਰ। ਜੇ ਤੁਸੀਂ ਮੁਸਲਮਾਨ ਨਹੀਂ ਬਣਨਾ ਤੇ ਮੇਰਾ ਮੁਲਕ ਛੱਡ ਕੇ ਕਿਤੇ ਹੋਰ ਦੂਸਰੇ ਮੁਲਕ ਵਿੱਚ ਚਲੇ ਜਾਓ, ਪਾਰ ਹੋ ਜਾਓ, ਹਿੰਦੁਸਤਾਨ ਦੀਆਂ ਹੱਦਾਂ ਛੱਡ ਕੇ ਚਲੇ ਜਾਓ। ਮੁਲਕ ਰਹੋ ਮੋਹੇ ਮੈਂ ਦਇਓ ਮਾਰ। ਜੇ ਮੇਰੇ ਮੁਲਕ 'ਚ ਰਹੋਗੇ ਤੇ ਮੈਂ ਤੁਹਾਨੂੰ ਹਿੰਦੂ ਨਹੀਂ ਰਹਿਣ ਦੇਣਾ, ਮੈਂ ਮਾਰ ਦਿਆਂਗਾ। ਦੋਹਰਾ ਸਭ ਸੁਨ ਭਏ ਸੋ ਸਿਆਮ ਰੰਗ, ਜਨ ਮਰ ਗਇਓ ਪਰਵਾਰ। ਸਾਰਿਆਂ ਦੇ ਰੰਗ ਉੱਡ ਗਏ ਬਾਹਮਣਾਂ ਦੇ, ਬਣ ਕੀ ਗਿਆ? ਜਿਵੇਂ ਕਿਸੇ ਦਾ ਟੱਬਰ ਮਰ ਜੇ, ਸਾਰਾ ਪਰਿਵਾਰ ਮਰ ਜੇ ਤੇ ਉਹ ਬੰਦਾ ਬੜਾ ਦੁਖੀ ਹੁੰਦਾ ਨਾ, ਏਦਾਂ ਵਿਚਾਰਿਆਂ ਦੇ ਧਰਮ ਤੇ ਸੰਕਟ ਆ ਗਿਆ। ਧਰਮ ਸੰਕਟ ਸਭ ਤੋਂ ਭਿਅੰਕਰ ਹੁੰਦਾ, ਵਿਚਾਰੇ ਬੜੀ ਮੁਸੀਬਤ 'ਚ ਫਸ ਗਏ। ਇੱਕ ਦਿਸ਼ ਹੋਏ ਤ ਜਾਏ ਤਜ, ਜਾਈਏ ਕਹਾਂ ਸੰਸਾਰ। ਕਹਿੰਦੇ ਜੇ ਇੱਕ ਪਾਸੇ ਕੋਈ ਛੋਟੀ ਮੋਟੀ ਰਿਆਸਤ ਹੁੰਦੀ ਔਰੰਗਜ਼ੇਬ ਦੀ, ਅਸੀਂ ਦੂਜੀ 'ਚ ਜਾ ਕੇ ਰਹਿ ਜਾਂਦੇ। ਹੁਣ ਚੜ੍ਹਦੇ ਤੋਂ ਸ਼ਿਫਤ ਤੱਕ ਇਹਦਾ ਰਾਜਾ, ਜਾਈਏ ਤੇ ਜਾਈਏ ਕਿੱਥੇ? ਨਾ ਅਸੀਂ ਚੀਨ ਵਿੱਚ ਜਾ ਸਕਦੇ ਹਾਂ, ਨਾ ਅਰਬ ਵੱਲ ਜਾ ਸਕਦੇ ਹਾਂ, ਕਿਉਂਕਿ ਇੱਕ ਪਾਸੇ ਚੀਨ ਦੀ ਹੱਦ ਸੀਗੀ ਤੇ ਦੂਜੇ ਪਾਸੇ ਮੱਕੇ ਤੱਕ ਮੁਸਲਮਾਨਾਂ ਦਾ ਰਾਜ ਸੀਗਾ। ਹੋਰ ਕਿੱਥੇ ਜਾਈਏ? ਕੋਈ ਐਸਾ ਥਾਂ ਟਿਕਾਣਾ ਹੀ ਨਹੀਂ ਹੈ। ਚਾਉ ਪਈ ਬ੍ਰਾਹਮਣ ਬਣੀ ਬਹੁ ਔਖੀ ਬਾਤ। ਬਾਹਮਣਾਂ ਵਾਸਤੇ ਬੜੀ ਮੁਸੀਬਤ ਬਣ ਗਈ, ਔਖੀ ਗੱਲ ਹੋ ਗਈ। ਨਾ ਕਿਛ ਸੁਝੈ ਦਿਨ ਅਰ ਰਾਤ। ਨਾ ਵਿਚਾਰਿਆਂ ਨੂੰ ਰਾਤ ਸੁਝਦੀ ਨਾ ਦਿਨ, ਬਾਹਮਣ ਬੜੇ ਦੁਖੀ ਹੋ ਗਏ। ਬ੍ਰਾਹਮਣ ਨੇ ਕਛ ਅਰਸਾ ਕੀਓ। ਬ੍ਰਾਹਮਣਾਂ ਨੇ ਕੁਝ ਸਮਾਂ ਮੰਗਿਆ, ਅਰਸਾ ਮੰਗਿਆ ਵੀ ਸਾਨੂੰ ਮੋਹਲਤ ਦਿਓ, ਅਸੀਂ 6 ਮਹੀਨੇ ਸੋਚ ਲਈਏ। ਦਿਨੈ ਲੰਘਾਵਣ ਵਿਲਾਪ ਸੋ ਲਿਓ। ਵੀ ਚਲੋ ਦਿਨ ਲੰਘਾਈਏ ਥੋੜੇ ਜੇ। ਸ਼ੇਰ ਅਫਗਾਨ ਸੂਬਾ ਕਸ਼ਮੀਰ ਨੂੰ ਵੀ ਕਿਹਾ ਵੀ ਸਾਨੂੰ 6 ਮਹੀਨੇ ਦੇ ਦਿਓ। ਲਾਗੈ ਕਰਨ ਸੋ ਤਪ ਅਰ ਜਾਪ। ਉਹ ਵਿਚਾਰੇ ਹੁਣ ਕੋਈ ਚਾਰਾ ਹੀ ਨਹੀਂ ਸੀ। ਜਦੋਂ ਬੰਦਾ ਸਾਰੇ ਪਾਸੋਂ ਬੇਬਸ ਹੋ ਜਾਂਦਾ ਨਾ, ਫਿਰ ਰੱਬ ਦਾ ਆਸਰਾ ਤੱਕਦਾ। ਫਿਰ ਮਾਲਾ ਲੈ ਕੇ ਰੱਬ ਰੱਬ ਕਰਨ ਲੱਗੇ, ਰਾਮ ਰਾਮ ਜਪਣ ਲੱਗੇ। ਦੇਵਤਾ ਨਾ ਜਾਗੇ ਸਿਰ ਰਹੇ ਖਾਪ। ਬੜਾ ਸਿਰ ਖਪਾਇਆ ਵੀ ਕੋਈ ਦੇਵਤਾ ਹੀ ਪ੍ਰਗਟ ਹੋ ਜਾਏ, ਕੋਈ ਦੇਵਤਾ ਸਾਨੂੰ ਦਰਸ਼ਨ ਦੇ ਕੇ ਕਲਯੁਗ ਦੇ ਵਿੱਚ ਸਾਡੀ ਬਾਹ ਫੜ ਲਵੇ। ਤਬ ਚੁਗਲਨ ਨਾ ਚੁਗਲੀ ਬਣਾਈ। ਤਾਂ ਚੁਗਲਖੋਰਾਂ ਨੇ ਚੁਗਲੀਆਂ ਕੀਤੀਆਂ ਬਾਦਸ਼ਾਹ ਕੋਲ। ਕਰਤ ਹੈ ਬ੍ਰਾਹਮਣ ਜਾਦੂ ਉਪਾਈ। ਉਹ ਕਹਿੰਦੇ ਬਾਦਸ਼ਾਹ ਤੂੰ ਇਹਨਾਂ ਨੂੰ ਟਾਈਮ ਦਿੱਤਾ ਹੋਇਆ ਤੇ ਜਾਦੂ ਕਰ ਰਹੇ ਆ, ਇਹਦੇ ਤੁਹਾਡਾ ਰਾਜ ਖਤਮ ਕਰਨੀ ਟੂਣੇ ਕਰਦੇ ਵੇ। ਉਹਦਾ ਵਿਚਾਰੇ ਆਪਣੀ ਜਾਨ ਬਚਾਉਣ ਨੂੰ ਭਗਤੀ ਕਰਦੇ ਸੀ ਵੀ ਰੱਬ ਕੋਈ ਕਿਸੇ ਪਾਸਿਓਂ ਬੋੜ ਪਵੇ, ਪਰ ਚੁਗਲਖੋਰ ਕਿੱਥੇ ਬਾਜ ਆਉਂਦੇ। ਚੁਗਲਖੋਰ ਨਾ ਚੁਗਲੀਆਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਉਹਨਾਂ ਨੇ ਬਾਦਸ਼ਾਹ ਦੇ ਕੰਨਾਂ 'ਚ ਹੋਰ ਗੱਲ ਪਾਤੀ, ਇਹ ਆ ਜਿਹੜੇ ਮੰਤਰ ਜੰਤਰ ਜਪਦੇ ਪਏ ਨਾ 6-6 ਮਹੀਨਿਆਂ ਤੋਂ, ਇਹਦੇ ਤੁਹਾਡਾ ਰਾਜ ਪਲਟਾ ਕਰਨਾ ਚਾਹੁੰਦੇ, ਜਾਦੂ ਟੂਣਾ ਕਰਦੇ ਹਿੰਦੂ ਲੋਕ। ਦੋਹਰਾ ਜਹ ਸੁਨ ਸ਼ਾਹੇ ਨਉ ਰੰਗ ਤਬ, ਭਇਓ ਅਤੀ ਸੈ ਕੋਪ। ਇਹ ਸੁਣ ਕੇ ਔਰੰਗਜ਼ੇਬ ਨੂੰ ਅੱਗ ਲੱਗ ਗਈ। ਹੈ ਮੈਂ ਤੇ ਇਹਨਾਂ ਨੂੰ ਟਾਈਮ ਦਿੱਤਾ ਸੀ ਸੋਚ ਲੈਣ, ਤੇ ਇਹ ਤੇ ਮੇਰੇ ਨਾਲ ਹੀ ਧੋਖਾ ਕਰਨ ਲੱਗੇ ਹਿੰਦੂ। ਕਾਸ਼ਮੀਰ ਮੈਂ ਹਿੰਦੂਆਂ ਕਾ, ਜਿਉ ਕਰਿਓ ਧਰਮ ਉਨ ਲੋਪ। ਉਹਨੇ ਆਰਡਰ ਦੇਤਾ ਵੀ ਕਸ਼ਮੀਰ ਦੇ ਵਿੱਚ ਜਿੰਨੇ ਬ੍ਰਾਹਮਣ ਨੇ ਪਹਿਲਾਂ ਇਹਨਾਂ ਨੂੰ ਮਾਰਿਆ ਜਾਵੇ, ਕਿਉਂਕਿ ਕਸ਼ਯਪ ਰਿਸ਼ੀ ਹੋਏ ਨੇ ਬ੍ਰਹਮਾ ਦੇ ਪੁੱਤਰ। ਉਹਨਾਂ ਨੇ ਕਸ਼ਮੀਰ ਦੇਸ਼ ਵਸਾਇਆ। ਕਸ਼ਮੀਰ ਦਾ ਜੋ ਅਰਥ ਕਰੀਏ ਨਾ ਤਾਂ ਉਹ ਵਿਦਵਾਨਾਂ ਨੇ ਕੀਤਾ ਕਸ਼ਯਪ ਦੀ ਨਗਰੀ, ਕਸ਼ਯਪ ਦਾ ਇਲਾਕਾ। ਉਹ ਪਹਿਲਾਂ ਉੱਥੇ ਕਦੀ ਜਿਹੜੇ ਬੰਦੇ ਉਧਰ ਗਏ ਉਹਨਾਂ ਨੂੰ ਪਤਾ, ਦਾਸ ਨੇ ਵੀ ਦੇਖਿਆ ਇਲਾਕਾ। ਉਹਦੇ ਵਿੱਚ ਉਰਲੇ ਪਾਸੇ ਵੀ ਪਹਾੜ ਨੇ, ਉੱਪਰ ਸਾਰੇ ਪਾਸੇ ਪਹਾੜ ਨੇ, ਵਿੱਚ 100-150 ਕਿਲੋਮੀਟਰ ਜਿਹੜਾ ਉਹ ਮੈਦਾਨ ਹੈ। ਉਹ ਕਹਿੰਦੇ ਆ ਵੀ ਕੋਈ ਜ਼ਮਾਨਾ ਸੀ ਅੱਜ ਤੋਂ ਲੱਖਾਂ ਸਾਲ ਪਹਿਲੇ ਉੱਥੇ ਬਰਫ਼ ਜੰਮੀ ਹੋਈ ਸੀ। ਕਸ਼ਯਪ ਰਿਸ਼ੀ ਨੇ ਉਹ ਜਗ੍ਹਾ ਵੇਖੀ ਤੇ ਉਹਨੇ ਉਹਦੇ ਚੋਂ ਦਰਿਆ ਕੱਢੇ। 5 ਨਦੀਆਂ ਜਿਹੜੀਆਂ ਕਹੀਆਂ, ਸਿੰਧ ਨਦੀ, ਉਹ ਕਹਿੰਦੇ ਚਨਾਹ, ਜੇਹਲਮ, ਰਾਵੀ, ਤਾਪਤੀ ਆਦਿਕ ਨਦੀਆਂ ਉੱਥੋਂ ਨਿਕਲਦੀਆਂ ਸਾਰੀਆਂ ਪਹਾੜਾਂ 'ਚ। ਉਹਨੇ ਕੱਢੀਆਂ ਵੀ ਇਹ ਬਰਫ਼ ਢਲ ਕੇ ਜਿਹੜੀ ਇਹ ਸਮੁੰਦਰ ਨੂੰ ਚਲੀ ਜਾਵੇ, ਇਹ ਮੈਦਾਨ ਹੋ ਜਾਵੇ। ਉਹ ਵਿਚਲਾ ਪਹਾੜਾਂ ਦਾ ਇਲਾਕਾ ਉਹਨੇ ਸਾਫ਼ ਕਰਕੇ ਉੱਥੇ ਆਪਣੀ ਕੁੱਲ ਦੇ ਵਿਦਵਾਨ ਬ੍ਰਾਹਮਣ ਬਿਠਾਏ। ਠੰਡੇ ਇਲਾਕੇ 'ਚ ਬੰਦੇ ਦਾ ਦਿਮਾਗ ਠੰਡਾ ਰਹਿੰਦਾ। ਪੜ੍ਹਾਈ ਲਿਖਾਈ ਵਾਲੇ ਵਾਸਤੇ ਪਹਾੜੀ ਇਲਾਕਾ ਰਮਣੀਕ ਵਧੀਆ ਹੁੰਦਾ। ਕਸ਼ਯਪ ਰਿਸ਼ੀ ਨੇ ਦੇਸ਼ ਵਸਾਇਆ, ਇਸ ਕਰਕੇ ਨਾਮ ਹੋ ਗਿਆ ਕਸ਼ਮੀਰ। ਉਹ ਕਸ਼ਮੀਰ ਦੇਸ਼ ਦੇ ਵਿੱਚ ਜਿਹੜੇ ਬ੍ਰਾਹਮਣ ਲੱਖਾਂ ਸਾਲਾਂ ਤੋਂ ਰਹਿ ਰਹੇ ਸਨ, ਹਿੰਦੂ ਧਰਮ ਦੇ ਬੜੇ ਬੜੇ ਵਿਦਵਾਨ ਸਨ, ਮਹਾਪੁਰਸ਼ ਸਨ, ਸ਼ਾਸਤਰਾਂ ਦੇ ਗਿਆਤਾ ਸਨ, ਉਹਨਾਂ ਦੇ ਗਲ ਮੁਸੀਬਤ ਆ ਪਈ। ਚਾਉ ਪਈ ਅਹਦੀਏ ਦੁੜਾਏ ਵੱਲ ਕਸ਼ਮੀਰ। ਉਹਨਾਂ ਨੇ ਆਪਣੇ ਅਹਦੀਏ ਕਸ਼ਮੀਰ ਵੱਲ ਦੜਾਏ ਬਾਦਸ਼ਾਹ ਨੇ।
ਹੁਕਮ ਸੁਨੇ ਤਿਨ ਕਰੀ ਨਾ ਧੀਰ। ਉਹ ਬੜੀ ਛੇਤੀ ਨਾਲ ਸੂਬਾ ਸ਼ੇਰ ਅਫਗਾਨ ਸ੍ਰੀਨਗਰ ਕਸ਼ਮੀਰ ਦਾ ਜੋ ਸੀ ਉਹਦੇ ਕੋਲ ਗੱਲ ਪਹੁੰਚ ਗਈ। ਤੁਰਤ ਫੜੇ ਥੇ ਦੇ ਕੇ ਤਾਣ। ਉਹਨਾਂ ਨੇ ਜਿੰਨੇ ਕੁ ਬਾਹਮਣ ਫੜੇ ਜਾਂਦੇ ਤੁਰਤ ਫੜ ਲਏ। ਸਭ ਹਿੰਦੂ ਕੀਏ ਮੁਸਲਮਾਨ। ਜ਼ਬਰਦਸਤੀ ਫੜ ਕੇ ਮੁਸਲਮਾਨ ਬਣਾਤੇ। ਸਾਧ ਸੰਗਤ ਜੀ ਕਦੀ ਉੱਥੋਂ ਦੀ ਨਸਲ ਦੇਖੋ, ਉਹ ਨਸਲ ਸਾਰੀ ਬ੍ਰਾਹਮਣਾਂ ਵਾਲੀ, ਇੱਕੋ ਜਿਹੇ ਉਹਨਾਂ ਦੇ ਸੋਹਣੇ ਸੋਹਣੇ ਰੂਪ, ਸੁੰਦਰ ਉਹਨਾਂ ਦੇ ਮਹਾਰਾਜ ਨੇ ਪ੍ਰਮਾਤਮਾ ਨੇ ਕਸ਼ਮੀਰੀਆਂ ਨੂੰ ਸੁੰਦਰਤਾ ਦਿੱਤੀ ਹੈ। ਔਰ ਅਜੇ ਤੱਕ ਉਹਨਾਂ ਦੀ ਰੀਤੀ ਰਿਵਾਜ 'ਚ ਹਿੰਦੂਪਣਾ ਝਲਕਦਾ ਜੇ, ਪਰ ਕਹਿੰਦੇ ਆਪਣੇ ਆਪ ਨੂੰ ਮੁਸਲਮਾਨ ਨੇ। ਔਰ ਉੱਥੇ ਉਹ ਹਿੰਦੂਆਂ ਨੂੰ ਹੁਣ ਉੱਥੇ ਟਿਕਣ ਨਹੀਂ ਦਿੰਦੇ, ਭਜਾਈ ਜਾਂਦੇ। ਸਿੱਖਾਂ ਨੂੰ ਵੀ ਪੈਂਦੇ, ਹਿੰਦੂਆਂ ਨੂੰ ਵੀ ਪੈਂਦੇ। ਉਹ ਹਿੰਦੂਆਂ ਨੂੰ ਜ਼ਿਆਦਾ ਉਹਨਾਂ ਨੇ ਉੱਥੋਂ ਪਾਰ ਕਰ ਦਿੱਤਾ ਹੈ। ਉਹ ਮੁਸਲਮਾਨ ਨਹੀਂ, ਹਿੰਦੂਆਂ ਦੀ ਔਲਾਦ ਹਨ। 300-400 ਸਾਲ ਪਹਿਲਾਂ ਉਹ ਸਾਰੇ ਹਿੰਦੂ ਸਨ। ਔਰੰਗਜ਼ੇਬ ਦੇ ਰਾਜ ਵਿੱਚ ਸੂਬੇ ਕਸ਼ਮੀਰ ਕੇ ਸ਼ੇਰ ਅਫਗਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਕਰਕੇ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ। ਹਿੰਦੂ ਬਚੈ ਲੁਕ ਬਤੇਰਾ ਕਰੈ। ਹਿੰਦੂ ਵਿਚਾਰੇ ਪਹਾੜਾਂ ਵਿੱਚ ਲੁਕ ਕੇ ਜਾਨਾਂ ਬਚਾਉਂਦੇ ਨੇ। ਔਰ ਲਏ ਸਭ ਮੁਸਲੈ ਕਰੈ। ਜਿਹੜਾ ਫਸ ਜਾਂਦਾ ਉਹਨੂੰ ਮੁਸਲਮਾਨ ਬਣਾ ਲੈਂਦੇ। ਹੁਣ ਮਰਨਾ ਬੜਾ ਔਖਾ ਹੈ, ਕਹਿਣਾ ਸੌਖਾ ਹੈ। ਕੋਈ ਵਿਰਲਾ ਹੁੰਦਾ ਜਿਹੜਾ ਕਹਿੰਦਾ ਮੈਂ ਨਹੀਂ ਬਣਦਾ ਮੁਸਲਮਾਨ। 90% 99 ਕਹਿੰਦੇ ਚਲੋ ਜਾਨ ਤੇ ਬਚਾਓ, ਮੁਸਲਮਾਨ ਬਣ ਜਾਈਏ। ਤੇ ਇਦਾਂ ਜ਼ਬਰਦਸਤੀ ਰੋਜ਼ ਸੈਂਕੜੇ ਮੁਸਲਮਾਨ ਬਣਦੇ। ਸਵਾ ਮਣ ਜਨੇਊ ਰੋਜ਼ ਉਤਾਰਿਆ ਜਾਂਦਾ ਹੈ। ਜਿਉ ਸਭ ਜਗ ਸੁਣ ਭਇਓ ਤਰਾਸ। ਇਸ ਤਰ੍ਹਾਂ ਸਾਰੇ ਪਾਸੇ ਹਾਹਾਕਾਰ ਮਚ ਗਈ। ਜਦੋਂ ਕਸ਼ਮੀਰ ਦੇ ਵਿੱਚ ਇਹ ਕੁਰਲਾਹਟ ਮਚਿਆ, ਤਬ ਬਿਪ ਆਏ ਸਤਿਗੁਰ ਪਾਸ। ਤਾਂ ਕਸ਼ਮੀਰ ਵਿੱਚ ਮਟਨ ਸ਼ਹਿਰ ਹੈ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਗਏ ਨੇ। ਉਸ ਮਟਨ ਸ਼ਹਿਰ ਦੇ ਵਿੱਚੋਂ ਪੰਡਿਤ ਕਿਰਪਾ ਰਾਮ ਜੀ ਉਥੋਂ ਦੇ ਬ੍ਰਾਹਮਣਾਂ ਦਾ ਜਥਾ ਲੈ ਕੇ ਸਤਿਗੁਰਾਂ ਕੋਲ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ। ਦੋਹਰਾ ਕਾਂਸ਼ੀ ਆਦ ਗੰਗਾ ਢਿਗੋਂ ਕੁਲ ਛੇਤਰ ਔਰ। ਕਸ਼ਮੀਰ ਤੋਂ ਇਲਾਵਾ ਹੋਰ ਵੀ ਜਿਹੜੇ ਬ੍ਰਾਹਮਣ ਸਨ, ਕਾਂਸ਼ੀ ਬਨਾਰਸ ਦੇ ਬ੍ਰਾਹਮਣ ਔਰ ਗੰਗਾ ਹਰਿਦੁਆਰ ਦੇ ਬ੍ਰਾਹਮਣ, ਇਲਾਹਾਬਾਦ ਦੇ ਬ੍ਰਾਹਮਣ, ਕੁਰਸ਼ੇਤਰ ਦੇ ਬ੍ਰਾਹਮਣ ਜਿਹੜੇ ਸਨ, ਰਲ ਬਹਿ ਆਏ ਫਰਿਆਦ ਸਭ ਗੁਰ ਤੇਗ ਬਹਾਦਰ ਕੋਲ। ਇਹ ਸਾਰੇ ਇਕੱਠੇ ਹੋ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਆਏ। ਕਸ਼ਮੀਰੀ ਪੰਡਤ ਇਹਨਾਂ ਦੇ ਆਗੂ ਸਨ। ਪਹਿਲੇ ਤੋਂ ਹੀ ਕਸ਼ਮੀਰੀਆਂ ਦਾ ਰੁਤਬਾ ਉੱਪਰ ਕਿਉਂ ਰਿਹਾ? ਕਿਉਂਕਿ ਉੱਥੇ ਬਹੁਤ ਉੱਚ ਪਾਈ ਦੀ ਵਿੱਦਿਆ ਰਹੀ ਹੈ। ਸ਼ੰਕਰਾਚਾਰਿਆ ਜੀ 8ਵੀਂ ਸਦੀ ਦੇ ਵਿੱਚ ਸ੍ਰੀਨਗਰ ਗਏ। ਉੱਥੇ ਪਹਾੜ ਦੇ ਉੱਤੇ ਉਹਨਾਂ ਦਾ ਸਥਾਨ ਹੈ, ਆਦਿ ਗੁਰੂ ਸ਼ੰਕਰਾਚਾਰਿਆ ਜੀ ਦਾ। ਉਸ ਪਹਾੜੀ ਤੇ ਗੁਰੂ ਨਾਨਕ ਸਾਹਿਬ ਜੀ ਵੀ ਗਏ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ 'ਚ ਲਿਖਿਆ ਕਿ ਸ਼ੰਕਰਾਚਾਰਿਆ ਦੀ ਪਹਾੜੀ ਤੇ ਗੁਰੂ ਨਾਨਕ ਦਾ ਸਥਾਨ ਹੈ, ਪਰ ਸਿੱਖਾਂ ਦੀ ਅਣਗਹਿਲੀ ਕਰਕੇ ਗੁਰਦੁਆਰਾ ਨਹੀਂ ਬਣ ਸਕਿਆ। ਜਗ੍ਹਾ ਹੈਗੀ ਉਹ। ਸੋ ਖਾਲਸਾ ਜੀ ਉੱਥੇ ਸ਼ੰਕਰਾਚਾਰਿਆ ਨੇ ਪ੍ਰਚਾਰ ਕੀਤਾ। ਬੜੇ ਹੋਰ ਰਿਸ਼ੀ ਮੁਨੀ ਉੱਥੇ ਗਏ। ਸੈਂਕੜੇ ਸਦੀਆਂ ਤੋਂ ਉਹ ਧਰਮ ਦਾ ਕੇਂਦਰ ਰਿਹਾ। ਉਹ ਬ੍ਰਾਹਮਣ ਅੱਗੇ ਲੱਗੇ ਹਨ। ਚਾਉ ਪਈ ਆਏ ਬ੍ਰਾਹਮਣ ਸਭ ਐਸ ਪੁਕਾਰੇ। ਸਾਰੇ ਬ੍ਰਾਹਮਣ ਆ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਏਦਾਂ ਪੁਕਾਰ ਕੀਤੀ। ਸਤਿਗੁਰ ਸੁਨੇ ਆਏ ਤੁਮ ਦੁਆਰੇ। ਇਹ ਮਹਾਰਾਜ ਤੁਹਾਡੀ ਸੋਭਾ ਸੁਣ ਕੇ, ਮਹਿਮਾ ਸੁਣ ਕੇ ਅਸੀਂ ਤੁਹਾਡੇ ਦਰ ਤੇ ਆਏ ਹਾਂ। ਹੇ ਛਤਰੀ ਤੁਮ ਬ੍ਰਹਮ ਉਜਾਗਰ। ਇਹ ਮਹਾਰਾਜ ਤੁਸੀਂ ਛਤਰੀ ਧਰਮ ਦੇ ਰਾਖੇ ਹੋ। ਛਤਰੀ ਧਰਮ ਹੈ ਤੁਹਾਡਾ ਤੇ ਬ੍ਰਾਹਮਣਾਂ ਦੀ ਰੱਖਿਆ ਛਤਰੀ ਕਰਦੇ ਆਏ। ਜੈਸੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਨਾ, ਛਤਰੀ ਸਭੈ ਕਿਰਤ ਵਿਪਨ ਕੇ ਇਹਨੂੰ ਪ੍ਰਕਾਸ਼ ਕਿਰਪਾ ਕੇ ਨਿਹਾਰੋ। ਜਦੋਂ ਬ੍ਰਾਹਮਣ ਰੁੱਸ ਗਿਆ ਸੀ ਨਾ, ਤੇ ਮੈਨੂੰ ਦਾਨ ਨਹੀਂ ਪਹਿਲਾਂ ਦਿੱਤਾ, ਖਾਲਸੇ ਨੂੰ ਪਹਿਲਾਂ ਕਿਉਂ ਦੇ ਦਿੱਤਾ? ਤੇ ਮਹਾਰਾਜ ਕਹਿੰਦੇ ਪੰਡਿਤ ਜੀ ਇਹ ਜਿਹੜੇ ਛਤਰੀ ਸ਼ਸਤਰ ਧਾਰੀ ਸੂਰਬੀਰ ਨੇ ਤੁਹਾਡੇ ਹੀ ਰਾਖੇ ਹਨ, ਤੇ ਜੇ ਤੁਸੀਂ ਨਾ ਬਾਲੋ ਕੈਰੀ ਨਿਗਾਹ ਕਰੋਗੇ ਤੁਹਾਡੀ ਰੱਖਿਆ ਕੌਣ ਕਰੇਗਾ? ਖਾਲਸੇ ਨੇ ਤੁਹਾਡੀ ਰੱਖਿਆ ਕਰਨੀ, ਤੇ ਤੁਸੀਂ ਖਾਲਸੇ ਨਾਲ ਹੀ ਨਿਗਾਹ ਮਾੜੀ ਰੱਖਦੇ ਹੋ। ਆਖੋ ਸ੍ਰੀ ਵਾਹਿਗੁਰੂ। ਇਹ ਕਲਗੀਧਰ ਦੇ ਬਚਨ ਨੇ। ਜਦੋਂ ਮਹਾਰਾਜ ਕਹਿੰਦੇ ਜੁੱਧ ਜਿਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਅਗ ਔਗ ਡਰੇ ਇਨਹੀ ਕੇ ਪ੍ਰਸਾਦ, ਇਨਹੀ ਕਿਰਪਾ ਫੁਨ ਧਾਮ ਪਰੇ। ਇਨਹੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਉਥੇ ਸਤਿਗੁਰਾਂ ਨੇ ਬਚਨ ਵੀ ਕਹੇ ਹੈ ਵੀ ਛਤਰੀ ਸਭਾ ਕਿਰਤ ਵਿਪਨ ਕੇ। ਵਿਪਨ ਨਾਮ ਬ੍ਰਾਹਮਣਾਂ ਦਾ ਹੈ। ਛਤਰੀ ਜਿਹੜੇ ਹਨ ਇਹ ਬ੍ਰਾਹਮਣਾਂ ਨੇ ਆਪਣੀ ਰੱਖਿਆ ਵਾਸਤੇ ਬਣਾਏ ਵੀ ਸਾਡੀ ਰੱਖਿਆ ਕਰਨਗੇ, ਤੇ ਇਹਨਾਂ ਵੱਲ ਹੀ ਤੁਸੀਂ ਕੈਰੀ ਨਿਗਾਹ ਰੱਖਦੇ ਹੋ। ਸੋ ਖਾਲਸਾ ਜੀ ਉਹ ਪੰਡਿਤ ਕਹਿੰਦੇ ਮਹਾਰਾਜ ਤੁਸੀਂ ਛਤਰੀ ਹੋ ਤੇ ਛਤਰੀ ਦਾ ਧਰਮ ਹੈ ਧਰਮ ਦੀ ਰੱਖਿਆ ਕਰਨੀ। ਸਾਡੇ ਧਰਮ ਦੀ ਰਾਖੀ ਤੁਸੀਂ ਕਰੋ।
ਗਊ ਬ੍ਰਾਹਮਣ ਤੁਮ ਪ੍ਰਿਤ ਸਾਗਰ। ਤੁਸੀਂ ਗਊ ਬ੍ਰਾਹਮਣ ਦੀ ਰੱਖਿਆ ਵਾਸਤੇ ਸੱਚੇ ਪਾਤਸ਼ਾਹ ਅਵਤਾਰ ਧਾਰਿਆ ਹੈ, ਗਰੀਬ ਦੀ ਰੱਖਿਆ ਵਾਸਤੇ ਅਵਤਾਰ ਧਾਰਿਆ ਹੈ। ਅਬ ਆਏ ਪਰੀ ਹਮਨੈ ਪੈ ਭਾਰੀ। ਹੁਣ ਤੁਸੀਂ ਸਾਡੇ ਉੱਤੇ ਕਿਰਪਾ ਕਰੋ, ਸਾਡੇ ਤੇ ਜ਼ਾਲਮ ਜ਼ੁਲਮ ਕਰਨ ਦੇ ਲਈ। ਔਰੰਗਜ਼ੇਬ ਸਾਡੇ ਸਿਰ ਤੇ ਚੜਿਆ ਹੋਇਆ ਹੈ। ਅਬ ਹਮਕੋ ਤੁਮ ਲਹੋ ਉਬਾਰੀ। ਹੁਣ ਸਾਨੂੰ ਕਿਰਪਾ ਕਰਕੇ ਬਚਾ ਲਓ। ਤੁਮ ਨਾਨਕ ਸਤਿਗੁਰ ਕਲ ਧਾਰੀ। ਤੁਸੀਂ ਗੁਰੂ ਨਾਨਕ ਸਾਹਿਬ ਦਾ ਰੂਪ ਹੋ, ਜੋ ਪਰਮੇਸ਼ਰ ਦਾ ਅਵਤਾਰ ਸ੍ਰਿਸ਼ਟੀ ਤੇ ਆਏ ਨੇ। ਰਾਖੋ ਹਿੰਦੂਆਂ ਹਿੰਦ ਮਝਾਰੀ। ਹਿੰਦੂ ਧਰਮ ਦੀ ਰਾਖੀ ਕਰੋ ਮਹਾਰਾਜ, ਹਿੰਦੂ ਧਰਮ ਦਾ ਬੇੜਾ ਡੁੱਬਦਾ ਬੰਨੇ ਲਾਓ। ਹਿੰਦੂ ਨਿਰਬੀਜ ਹੈ ਕਰਨੇ। ਕਿਉਂਕਿ ਔਰੰਗਜ਼ੇਬ ਨੇ ਹਿੰਦੁਸਤਾਨ ਵਿੱਚੋਂ ਹਿੰਦੂਆਂ ਦਾ ਬੀਜ ਨਾਸ ਕਰ ਦੇਣਾ ਹੈ। ਸ਼ਾਹੇ ਨੌਰੰਗਾ ਜੋ ਲਿਖ ਬਰਨੇ। ਬਾਦਸ਼ਾਹ ਔਰੰਗਜ਼ੇਬ ਇਹ ਗੱਲ ਡੰਕੇ ਦੀ ਚੋਟ ਤੇ ਕਹਿ ਰਿਹਾ ਹੈ। ਤੁਰਕ ਪ੍ਰਥਮ ਹੈ ਬਾਹਮਣ ਕਰਨੇ। ਪਹਿਲਾਂ ਉਹਨੇ ਬਾਹਮਣਾਂ ਨੂੰ ਮੁਸਲਮਾਨ ਬਣਾਉਣਾ, ਬਾਕੀ ਹਿੰਦੂਆਂ ਨੂੰ ਫਿਰ ਬਾਅਦ ਵਿੱਚ ਬਣਾਏਗਾ। ਔਰ ਹਿੰਦੂ ਹੈ ਪਾਛੇ ਫਰਨੇ। ਪਹਿਲਾਂ ਮੁਸਲਮਾਨ ਬਣਨਗੇ ਬਾਹਮਣ, ਫਿਰ ਬਾਕੀ ਹਿੰਦੂਆਂ ਨੂੰ ਫੜ ਕੇ ਮੁਸਲਮਾਨ ਕਰ ਲਏਗਾ। ਬ੍ਰਾਹਮਣ ਹੈ ਹਿੰਦੂਆਂ ਅਗਵਾਨ। ਇਹ ਸੱਚੇ ਪਾਤਸ਼ਾਹ ਜੀ ਆਪ ਜਾਣਦੇ ਹੋ ਕਿ ਬਾਹਮਣ ਹਿੰਦੂਆਂ ਦੇ ਆਗੂ ਹਨ। ਜੇ ਆਗੂ ਹੀ ਮੁਸਲਮਾਨ ਬਣ ਗਏ ਤੇ ਬਾਕੀ ਆਪੇ ਬਣ ਜਾਣਗੇ। ਤੁਰਕ ਹੋਏ ਜਾਊ ਮਗਰ ਜਹਾਨ। ਪਿੱਛੇ ਸਾਰਾ ਜਹਾਨ ਮੁਸਲਮਾਨ ਬਣੇਗਾ। ਯਹ ਅਬ ਨੌਰੰਗਾ ਕਰੀ ਸਲਾਹ। ਇਸ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਨੇ ਸਲਾਹ ਕੀਤੀ ਹੋਈ ਹੈ। ਤਰਾਹੇ ਤਰਾਹੇ ਆਏ ਤੁਮ ਪਾਹੇ। ਅਸੀਂ ਤਰਾਏ ਤਰਾਏ ਕਰਦੇ ਡਰਦੇ ਹੋਏ ਤੁਹਾਡੀ ਸ਼ਰਨ ਚ ਆਏ ਹਾਂ ਜੀ। ਜਾਓ ਤੁਮ ਹੋ ਕਿਛ ਸਤਿਗੁਰ ਸੂਰੇ। ਜੇ ਤੁਸੀਂ ਸਤਿਗੁਰੂ ਹੋ, ਪੂਰੇ ਸੂਰੇ ਹੋ। ਡੁਬਤ ਰੱਖੋ ਹਿੰਦੁਆਇਨ ਪੂਰੇ। ਤਾਂ ਹਿੰਦੂ ਧਰਮ ਦਾ ਡੁੱਬਦਾ ਬੇੜਾ ਰੱਖ ਲੋ ਸੱਚੇ ਪਾਤਸ਼ਾਹ ਜੀ। ਨਹੀਂ ਤੋ ਤੁਰਕ ਤੋਹੇ ਪ੍ਰਥਮ ਕਰਾਵੈ। ਨਹੀਂ ਤੇ ਪਹਿਲਾਂ ਸਾਨੂੰ ਮੁਸਲਮਾਨ ਬਣਾਣਗੇ, ਤੋਹੇ ਤੇ ਪਿਛੈ ਹਮ ਦੀਨ ਮੇ ਆਵੈ। ਤੇ ਮਹਾਰਾਜ ਫੇਰ ਸਾਰਿਆਂ ਨੂੰ ਬਣਾ ਲੈਣਗੇ। ਤੁਸੀਂ ਮੁਸਲਮਾਨ ਬਣੋ ਤੇ ਅਸੀਂ ਵੀ ਬਣ ਜਾਵਾਂਗੇ। ਪਰ ਜੇ ਮਹਾਰਾਜ ਤੁਸੀਂ ਆਪਣੇ ਸਾਡੇ ਧਰਮ ਦੀ ਰਾਖੀ ਦਾ ਕੋਈ ਉਪਰਾਧ ਦੱਸੋਗੇ ਤੇ ਅਸੀਂ ਵੀ ਡਟੇ ਰਹਾਂਗੇ। ਤੁਮ ਛਤਰ ਹੋ ਖੜਗ ਉਠਾਵੋ। ਤੁਸੀਂ ਛਤਰੀ ਹੋ ਮਹਾਰਾਜ, ਸ਼ਸਤਰਧਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੰਸ਼ ਬੰਸ ਹੋ। ਤੁਸੀਂ ਸ਼ਸਤਰ ਫੜੋ, ਸਾਡੇ ਧਰਮ ਦੀ ਰਾਖੀ ਛਤਰੀ ਕਰਦੇ ਆਏ ਹੈ। ਸਭ ਹਿੰਦੂਆਂ ਕੋ ਗਲਾ ਲਗਾਵੋ। ਹਿੰਦੂਆਂ ਨੂੰ ਗਲ ਲਾ ਲਓ ਮਹਾਰਾਜ ਜੀ ਧਰਮ ਦੀ ਰਾਖੀ ਵਾਸਤੇ। ਤੁਮ ਪੈ ਮਾਇਆ ਆਵੈ ਘਣੀ। ਤੁਹਾਡੇ ਕੋਲ ਮਾਇਆ ਦੀ ਵੀ ਕਮੀ ਨਹੀਂ। ਲੱਖਾਂ ਸੰਗਤਾਂ ਮਾਇਆ ਲੈ ਕੇ ਆਉਂਦੀਆਂ ਸ੍ਰੀ ਅਨੰਦਪੁਰ ਸਾਹਿਬ। ਕਰਾਮਾਤ ਤੁਮ ਪੈ ਅਨਗਲੀ। ਔਰ ਕਰਾਮਾਤ ਵੀ ਤੁਹਾਡੇ ਕੋਲ ਅਣਗਿਣਤ ਹੈ। ਮਾਇਆ ਵੀ ਤੁਹਾਡੇ ਕੋਲ ਬਹੁਤ ਹੈ, ਸੰਗਤਾਂ ਵੀ ਤੁਹਾਡੇ ਨਾਲ ਬਹੁਤ ਹਨ। ਸਾਰਾ ਹਿੰਦੂ ਧਰਮ ਤੁਹਾਨੂੰ ਮੰਨਦਾ ਹੈ। ਔਰ ਜਿਹੜਾ ਮਹਾਰਾਜ ਜੀ ਤੁਹਾਡੇ ਕੋਲ ਕਰਾਮਾਤ ਦਾ ਖਜ਼ਾਨਾ ਰੂਹਾਨੀ ਸ਼ਕਤੀ ਦਾ, ਉਹ ਵੀ ਬੇਅੰਤ ਹੈ। ਦੋਹਰਾ ਤੁਰਕਣ ਤੈ 10 ਗੁਣ ਅਧਿਕ ਹੈ ਹਿੰਦੂ ਹਿੰਦ ਮਾਹੀ। ਇਹ ਗੁਰੂ ਜੀ ਠੀਕ ਹੈ ਕਿ ਮੁਸਲਮਾਨਾਂ ਦਾ ਰਾਜ ਹੈ, ਮੁਸਲਮਾਨ ਸਾਨੂੰ ਦਬਾ ਰਹੇ ਨੇ, ਪਰ ਮੁਸਲਮਾਨਾਂ ਨਾਲੋਂ ਸਾਡੀ ਗਿਣਤੀ 10 ਗੁਣਾ ਹੈ। ਅਸੀਂ 10 ਗੁਣਾ ਹਾਂ, ਉਹ 10 ਹਨ, ਅਸੀਂ 90 ਹਾਂ। ਮਹਾਰਾਜ ਜੀ ਉਹ ਸਾਡੇ ਬਰਾਬਰ ਨਹੀਂ ਹਨ ਮੁਸਲਮਾਨ। ਅਸੀਂ ਬਹੁਤ ਜ਼ਿਆਦਾ ਗਿਣਤੀ ਵਿੱਚ ਹਾਂ ਤੇ ਅਸੀਂ ਸਾਰੇ ਤੁਹਾਡੇ ਮਗਰ ਤੁਰਾਂਗੇ। ਜਾਓ ਤੁਮ ਖੰਡਾ ਫੜ ਖੜੋ ਸਭ ਰਲੈ ਤੁਮੈ ਸੰਗ ਆਏ। ਜੇ ਤੁਸੀਂ ਖੰਡਾ ਫੜ ਕੇ ਖਲੋਗੇ ਨਾ ਸਤਿਗੁਰੂ ਜੀ, ਬਾਕੀ ਹਿੰਦੁਸਤਾਨ ਤੁਹਾਡੇ ਮਗਰ ਆਪੇ ਆ ਖਲੋਏਗਾ। ਜਾਓ ਪਈ ਗੁਰ ਨਾਨਕ ਬਚ ਗਏ ਬਿਕਾਇਆ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤੇ ਨੇ। ਤੁਰਕਣ ਸੋ ਨਹਿ ਖੰਡਾ ਫੜਾਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਰਕਾਂ ਨੂੰ ਖੰਡਾ ਨਹੀਂ ਫੜਾਇਆ। ਤੁਰਕ ਗਲੇ ਗਲੇ ਹਮ ਸੀਸ। ਤੇ ਤੁਰਕਾਂ ਨੂੰ ਅਸੀਂ ਆਪਣੇ ਸੀਸ ਦੇ ਕੇ ਗਾਲਾਂਗੇ। ਬਚਨ ਗੁਰੂ ਨਾਨਕ ਸਾਹਿਬ ਜੀ ਕਹੇ ਸਨ। ਜੋ ਕਰ ਗਏ ਸਤਿਗੁਰ ਬਖਸ਼ੀਸ਼। ਇਹ ਬਖਸ਼ਿਸ਼ ਕਰਕੇ ਬਾਦਸ਼ਾਹ ਨੂੰ, ਬਾਬਰ ਨੂੰ ਰਾਜ ਦੇਣ ਲੱਗਿਆ ਕਹਿ ਗਏ ਵੀ ਅਸੀਂ ਆਪਣੇ ਸੀਸ ਦੇ ਕੇ ਰਾਜ ਵਾਪਸ ਲੈ ਲਵਾਂਗੇ। ਦੋਹਰਾ ਜੇਕਰ ਤੁਮਰੋ ਭਲ ਭਵੇ ਸਿਰ ਤੇਤ ਨਾ ਲਾਵੇਂ ਬੀਰ। ਇਹ ਮਹਾਰਾਜ ਜੀ ਜੇ ਤੁਸੀਂ ਸਾਡਾ ਭਲਾ ਕਰੋ ਤੇ ਸਾਡੇ ਧਰਮ ਦੀ ਰਾਖੀ ਕਰੋ, ਅਸੀਂ ਸੀਸ ਦੇਾਂਗੇ। ਦੇਉ ਤਾਂ ਕੀ ਜਾਏ ਜੜ ਦਰਗਾਹੋਂ ਤੁਰਤ ਉਖੇੜ। ਔਰ ਤੁਰਕਾਂ ਦੀ ਜੜ ਜਿਹੜੀ ਹੈ ਉਹ ਦਰਗਾਹੋਂ ਪੱਟੀ ਜਾਏਗੀ। ਜਾਓ ਪਏ ਤਬ ਬ੍ਰਾਹਮਣ ਕੇ ਮਨ ਜਾਓ ਆਈ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਬਚਨ ਕੀਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਸੀਸ ਦੇ ਕੇ ਧਰਮ ਬਚਣਾ ਹੈ। ਆਖੋ ਸਤਿਨਾਮ ਸ੍ਰੀ। ਸੀਸ ਦਿਓ, ਕੋਈ ਧਰਮੀ ਤੁਹਾਡੇ ਚੋਂ ਅੱਗੇ ਆਵੇ ਜਿਹੜਾ ਆਪਣਾ ਸੀਸ ਵਾਰੇ। ਫਿਰ ਜੇ ਤੁਸੀਂ ਸੀਸ ਦਿਓ
ਤੇ ਤੁਹਾਡੇ ਧਰਮ ਨੂੰ ਕੋਈ ਖਤਰਾ ਨਹੀਂ। ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਸਿਰ ਦਿੱਤਿਆਂ ਤੋਂ ਬਿਨਾਂ ਧਰਮ ਬਚਿਆ ਹੀ ਨਹੀਂ ਕਦੀ ਵੀ। ਧਰਮ ਹਮੇਸ਼ਾ ਸੀਸ ਦੇ ਕੇ ਹੀ ਬਚਦਾ ਹੈ। ਖੇਡ ਹੀ ਐਸੀ ਹੈ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਹਨ ਨਾ ਕੀਜੈ। ਹਮੇਸ਼ਾ ਧਰਮ ਦੀ ਰਾਖੀ ਲਈ ਧਰਮੀ ਜਿਹੜੇ ਸੀਸ ਹੀ ਦਿੰਦੇ ਆਏ ਆ, ਜੁਗਾਂ ਜੁਗਾਂਤਰਾਂ ਤੋਂ ਮਰਜ਼ਾਦਾ ਚੱਲੀ ਆਈ ਹੈ। ਜਦੋਂ ਇਹ ਬਚਨ ਹਜੂਰ ਨੇ ਕਹੇ, ਕਬ ਮੋਇਓ ਕਬ ਜੜ ਉਖੜਾਈ। ਅੱਗੋਂ ਪੰਡਤ ਸੋਚਾਂ 'ਚ ਪੈ ਗਏ ਵੀ ਮਹਾਰਾਜ ਜੇ ਅਸੀਂ ਮਰਾਂਗੇ ਤੇ ਫੇਰ ਸਾਡੇ ਮਰਿਆਂ ਦਾ ਗੱਲ ਨਹੀਂ ਬਣਨੀ। ਕੋ ਸ੍ਰੀ ਵਾਹਿਗੁਰੂ, ਕਦੋਂ ਅਸੀਂ ਮਰਾਂਗੇ ਤੇ ਕਦੋਂ ਤੁਰਕਾਂ ਦੀ ਜੜ ਪੁੱਟੀ ਜਾਏਗੀ। ਤੁਰਕ ਕਰਾਂਗੇ ਹਮ ਇਤ ਸਾਲ। ਸਾਨੂੰ ਤੇ ਐਸੇ ਸਾਲ ਉਹਨਾਂ ਨੇ ਮੁਸਲਮਾਨ ਬਣਾਉਣ ਲੈ। ਸਾਨੂੰ ਤਾਂ ਟਾਈਮ ਹੁਣ ਮੁੱਲ ਤਾਂ ਹੈ ਹੀ ਕੋਈ ਨਹੀਂ ਵੀ ਕੋਈ 10 ਦਿਨ 20 ਦਿਨ ਮਹੀਨਾ ਅਸੀਂ ਹੋਰ ਉਡੀਕ ਲਈ, ਇੰਨਾ ਟਾਈਮ ਕੋਈ ਨਹੀਂ। ਜਿਹੜੀ ਘੜੀ ਕੋਈ ਕਾਬੂ ਆ ਗਿਆ ਉਸੇ ਵੇਲੇ ਹੀ ਮੁਸਲਮਾਨ ਬਣ ਜਾਏਗਾ। ਬਣਾ ਲੈਣਾ ਅਗਲਿਆਂ ਨੇ, ਡਾਢਿਆਂ ਨੇ। ਹਾਂਜੀ, ਕਬ ਮਰ ਤੁਮ ਹਮ ਲਓ ਉਬਾਰ। ਤੇ ਮਹਾਰਾਜ ਕਦੋਂ ਤੁਸੀਂ ਸਾਨੂੰ ਬਚਾਓਗੇ, ਕਿਵੇਂ ਸਾਡੀ ਰਾਖੀ ਕਰੋਗੇ। ਬੂੜ ਮੋਏ ਨੌਕਾ ਕਿਤ ਕਾਮ। ਬੂੜ ਮੋਏ ਨੌਕਾ ਮੇਰਾ ਕੋ ਕਾਏ ਚੜਾਵੋ, ਜੇ ਮਰ ਗਏ ਪਿੱਛੋਂ ਕਿਸ਼ਤੀ ਕਿਹੜੇ ਕੰਮ ਦੀ ਡੁੱਬ ਕੇ ਮਰ ਗਏ ਤਾਂ। ਹਾਂਜੀ, ਭੂਖ ਮਰੇ ਖੀਰ ਕਿਤ ਕਾਮ। ਜੇ ਭੁੱਖੇ ਮਰ ਗਏ ਤੇ ਪਿੱਛੋਂ ਖੀਰ ਖਾਣ ਨੂੰ ਮਿਲੇ ਉਹਦਾ ਕੀ ਫਾਇਦਾ। ਹੁਣ ਮਹਾਰਾਜ ਮੌਕਾ ਤਾਂ ਹੁਣ ਹੈ, ਹੁਣ ਸਾਨੂੰ ਬਚਾਓ ਕਿਸੇ ਤਰ੍ਹਾਂ ਛੇਤੀ ਨਾਲ। ਪਿਆਸ ਮੋਏ ਫਿਰ ਨੀਰ ਨੂੰ ਲਈਏ। ਪਿਆਸੇ ਮਰ ਕੇ ਪਿੱਛੋਂ ਪਾਣੀ ਨਾਲ ਨਹਾਣ ਦਾ ਕੀ ਫਾਇਦਾ। ਭਾਵੇਂ ਪਾਣੀ 'ਚ ਸਰੋਵਰ 'ਚ ਰੱਖ ਛੱਡੋ, ਮਰ ਗਏ ਪਿਆਸ ਨਾਲ, ਪਿੱਛੋਂ ਉਹਨੂੰ ਕਹੇ ਸਰੋਵਰ 'ਚ ਪਾ ਦਿਓ, ਉਹਦਾ ਕੀ ਫਾਇਦਾ ਨਹਾਣ ਧੋਣ ਦਾ ਜੇ ਪੀਣ ਨੂੰ ਤਾਂ ਮਿਲਿਆ ਨਹੀਂ ਪਾਣੀ। ਹੁਣ ਸਾਡਾ ਧਰਮ ਖਤਰੇ 'ਚ ਹੈ। ਜੇ ਮਹਾਰਾਜ ਜੀ ਹੁਣ ਨਾ ਬਚੇ ਫਿਰ ਕਦੋਂ ਬਚेंगे। ਹਾਂਜੀ, ਫਿਰ ਪਿਆਸ ਤਿਸ ਕੈਸ 부ਝਾਈਏ। ਫਿਰ ਉਹਦੀ ਕੀ ਪਿਆਸ ਬੁਝਾਣੀ ਜਿਹੜਾ ਪਿਆਸ ਨਾਲ ਮਾਰੀ ਗਿਆ ਹੈ। ਦੋਹਰਾ ਤਬ ਸਤਗੁਰ ਵਿਪਰਨ ਕਹਿਓ, ਯੋ ਕਹਿ ਗੈਲ ਛੁਡਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਤੋ ਤੁਸੀਂ ਹੁਣ ਬੇਫਿਕਰ ਹੋ ਜਾਓ। ਤੁਹਾਨੂੰ ਅਸੀਂ ਇੱਕ ਗੱਲ ਕਹਿੰਦੇ ਆ, ਤੁਸੀਂ ਇਹ ਕਹਿ ਕੇ ਆਪਣੀ ਜਾਨ ਛੁਡਾ ਲਓ। ਹਮ ਹੋਵਹਿਗੇ ਗੈਲ ਉਸ ਗੁਰ ਕਉ ਤੁਰਕ ਬਣਾਏ। ਤੁਸੀਂ ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਆਖੋ ਅਸੀਂ ਮੁਸਲਮਾਨ ਬਣਨ ਨੂੰ ਤਿਆਰ ਹਾਂ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਪਰ ਬਣਾਂਗੇ ਤਾਂ ਜੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ। ਜੇ ਉਹ ਮੁਸਲਮਾਨ ਬਣ ਜਾਂਦੇ ਆ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਚਾਓ ਪਈ ਤਬ ਵਿਪਰਨ ਜਾਏ ਵੈਸੀ ਕਈ। ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ ਕਹਿ ਦਿਓ, ਸਤਿਗੁਰਾਂ ਦਾ ਹੁਕਮ ਪਾ ਕੇ ਸਾਰੇ ਪੰਡਤ ਦਿੱਲੀ ਚਲੇ ਗਏ ਤੇ ਬਾਦਸ਼ਾਹ ਔਰੰਗਜ਼ੇਬ ਦੇ ਸਾਹਮਣੇ ਜਾ ਕੇ ਉਹਨਾਂ ਨੇ ਫਰਿਆਦ ਕੀਤੀ। ਜਿਮ ਸਤਿਗੁਰ ਥੀ ਉਨ ਸਮਝਾਈ। ਜੋ ਮਹਾਰਾਜ ਨੇ ਸਮਝਾਇਆ ਸੀ ਵੀ ਜਾ ਕੇ ਕਹਿ ਦਿਆ ਜੇ ਵੀ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣਦੇ ਆ ਅਸੀਂ ਸਾਰੇ ਬਣਾਂਗੇ, ਸਾਡੇ ਗੁਰੂ ਉਹ ਹਨ। ਪ੍ਰਥਮ ਕਰੋ ਗੁਰ ਮੁਸਲਮਾਨ। ਪਹਿਲਾਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾਓ, ਫਿਰ ਅਸੀਂ ਬਣ ਜਾਵਾਂਗੇ। ਮਗਰੇ ਹੋਵੇ ਸਗਲ ਜਹਾਨ। ਉਹਨਾਂ ਪਿੱਛੇ ਸਾਰੀ ਦੁਨੀਆ ਮੁਸਲਮਾਨ ਬਣ ਜਾਏਗੀ, ਹਿੰਦੁਸਤਾਨ ਹੀ ਮੁਸਲਮਾਨ ਬਣ ਜਾਏਗਾ। ਸੋ ਵਿਪਰਨ ਜਾ ਚੁਗਲੀ ਕਰੀ। ਇਸ ਤਰ੍ਹਾਂ ਪੰਡਤਾਂ ਨੇ ਜਾ ਕੇ ਬਾਦਸ਼ਾਹ ਦੇ ਕੋਲ ਜਿਹੜੀ ਗੱਲ ਕਹੀ ਸੀ ਨਾ ਕਹਿ ਦਿੱਤੀ। ਤੁਰਕਨ ਮੰਨ ਲਈ ਸੋ ਖਰੀ। ਤੁਰਕਾਂ ਨੇ ਉਹ ਮੰਨ ਲਈ ਵੀ ਠੀਕ ਆ, ਜੇ ਇੱਕ ਬੰਦੇ ਦੇ ਮੁਸਲਮਾਨ ਬਣਾਇਆ ਸਾਰਾ ਹਿੰਦੁਸਤਾਨ ਮੁਸਲਮਾਨ ਬਣਦਾ, ਜਣੇ ਜਣੇ ਨਾਲ ਸਿਰ ਖਪਾਉਣ ਦੀ ਕੀ ਲੋੜ ਆ। ਆਪਾਂ ਸਾਰਾ ਜ਼ੋਰ ਕੱਲੇ ਗੁਰੂ ਤੇਗ ਬਹਾਦਰ ਤੇ ਲਾ ਦਈਏ। ਗੁਰ ਕੇ ਗੈਲ ਨੌਰੰਗੇ ਫਰੀ। ਇਸ ਤਰ੍ਹਾਂ ਔਰੰਗਜ਼ੇਬ ਦਾ ਧਿਆਨ ਹਿੰਦੂ ਧਰਮ ਦੇ ਲੋਕਾਂ ਵੱਲੋਂ ਤੇ ਬ੍ਰਾਹਮਣਾਂ ਵੱਲੋਂ ਹਟ ਕੇ ਕੱਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਤੇ ਕੇਂਦਰਿਤ ਹੋ ਗਿਆ। ਭੇਜ ਹਲਕਾਰੇ ਤਲਾਇਸ਼ ਕਰੀ। ਉਹ ਸਤਿਗੁਰਾਂ ਦੀ ਤਲਾਸ਼ ਕਰਨ ਲੱਗਾ, ਹਲਕਾਰੇ ਭੇਜ ਦਿੱਤੇ ਉਸਨੇ ਗ੍ਰਿਫਤਾਰ ਕਰਨ ਵਾਸਤੇ। ਉਤ ਸਤਿਗੁਰ ਨੇ ਕਰੀ ਤਿਆਰੀ। ਉਧਰ ਮਹਾਰਾਜ ਸ਼ਹੀਦੀ ਪਾਉਣ ਵਾਸਤੇ ਅਨੰਦਪੁਰ ਸਾਹਿਬ ਤੋਂ ਆਪ ਹੀ ਤੁਰ ਪਏ। ਜੈਸੇ ਵਿਪਰਨ ਹੁਤੇ ਉਚਾਰੀ। ਜੋ ਪੰਡਤਾਂ ਨੂੰ ਕਿਹਾ ਸੀ ਅਸੀਂ ਆਪੇ ਸੰਭਾਲ ਲਵਾਂਗੇ, ਸਤਿਗੁਰੂ ਪਾਤਸ਼ਾਹ ਨੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਵਿਚਰ ਕੇ ਆਉਣ ਵਾਲੇ ਸਮੇਂ ਦੀਆਂ ਤਿਆਰੀਆਂ ਦੇ ਹੁਕਮ ਦੇ ਦਿੱਤੇ ਸਨ। ਇਹ ਬੜੀ ਬਰੀਕ ਗੱਲਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਪਤਾ ਨਹੀਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਭਰਤਗੜ੍ਹ, ਰੋਪੜ, ਆਨੰਦਪੁਰ, ਕਲੌੜ, ਉਗਾਣੀ, ਆਕੜ ਪਿੰਡ ਤੇ ਫਿਰ ਆ ਕੇ ਬੈਠੇ ਨੇ ਸਤਿਗੁਰੂ ਜੀ ਜਿਹੜਾ ਕਿਲਾ ਹੈ ਬਹਾਦਰਗੜ੍ਹ ਪਟਿਆਲੇ ਦੇ ਕੋਲ, ਉਹਨੂੰ ਸੈਫਾਬਾਦ ਕਹਿੰਦੇ। ਸੈਫਦੀਨ ਮੁਸਲਮਾਨ ਉੱਥੇ ਰਹਿੰਦਾ ਸੀ, ਉਹ ਬੜਾ ਪ੍ਰੇਮੀ ਸੀ ਮਹਾਰਾਜ ਦਾ। ਉਹਨੇ ਸਤਿਗੁਰਾਂ ਨੂੰ ਆਪਣੇ ਕੋਲ 4 ਮਹੀਨੇ ਚੁਮਾਸਾ ਰੱਖਿਆ ਔਰ ਉਥੋਂ ਸਤਿਗੁਰੂ ਪਟਿਆਲੇ ਤੋਂ ਹੁੰਦੇ ਸਮਾਣੇ ਨੂੰ ਹੁੰਦੇ ਹੋਏ ਧਮਧਾਨ ਸਾਹਿਬ, ਹਰਿਆਣੇ ਦੇ ਬਹੁਤ ਸਾਰੇ ਇਲਾਕੇ 'ਚ ਹੁੰਦੇ
ਜਾ ਕੇ ਆਗਰੇ ਦੇ ਵਿੱਚ ਪਾਤਸ਼ਾਹ ਨੇ ਇੱਕ ਮਾਈ ਦਾ ਥਾਨ ਲੈਣਾ ਸੀ। ਉਹਨੇ ਮਾਈ ਨੇ ਸੂਤਰ ਕੱਤ ਕੇ ਚੋਲਾ ਤਿਆਰ ਕੀਤਾ ਸੀ। ਉਹ ਮਾਈ ਕਹਿੰਦੇ ਸਤਿਗੁਰੂ 6ਵੇਂ ਪਾਤਸ਼ਾਹ ਦੇ ਸਮੇਂ ਵੀ ਉੱਥੇ ਰਹਿੰਦੀ ਸੀ। ਉਦੋਂ ਵਿਆਹੀ ਸੀ, ਉੱਥੇ ਨੌਜਵਾਨ ਸੀ ਤੇ ਗੁਰੂ ਸਾਹਿਬ ਜੀ ਨੂੰ ਇਹ ਬੜੇ ਪ੍ਰੇਮ ਨਾਲ ਯਾਦ ਕਰਦੀ ਸੀ। ਉਹਦੇ ਸਹੁਰੇ ਜਿਹੜੇ ਸੀ ਉਹ ਮਨਮਤੀਏ ਸਨ ਤੇ ਗੁਰੂ ਸਾਹਿਬ ਜੀ ਮਹਾਰਾਜ 6ਵੇਂ ਪਾਤਸ਼ਾਹ ਨੂੰ ਬੇਨਤੀਆਂ ਕਰਦੀ ਸੀ, ਜੇ ਮਹਾਰਾਜ ਕਿਰਪਾ ਕਰਨ ਮੇਰੇ ਸਹੁਰਿਆਂ ਨੂੰ ਮੱਤ ਦੇਣ, ਆਉਣ ਇੱਥੇ ਦਰਸ਼ਨ ਦੇਣ, ਮੈਨੂੰ ਇਸ ਨਰਕ ਵਿੱਚੋਂ ਕੱਢਣ। ਤੇ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਤੋਂ ਵਾਪਸ ਆਉਂਦੇ ਹੋਏ ਆਗਰੇ ਜਦੋਂ ਠਹਿਰੇ ਨੇ, ਉਸ ਮਾਈ ਦੀ ਗਲੀ ਦੇ ਵਿੱਚ ਘੋੜਾ ਜਾ ਕੇ ਰੋਕਿਆ ਤੇ ਉਸ ਮਾਈ ਨੂੰ ਦਰਸ਼ਨ ਦਿੱਤੇ। ਉਦੋਂ ਜਵਾਨ ਸੀ, ਬੱਚੀ ਸੀ ਤੇ ਉਹਨੇ ਸਤਿਗੁਰਾਂ ਦੇ ਨਮਸਕਾਰ ਕੀਤੀ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ, ਸਿੱਖੀ ਦੀ ਕਮਾਈ ਕੀਤੀ, ਪਰਿਵਾਰ ਨੂੰ ਵੀ ਸੁਮਾਰਗ ਪਾਇਆ। ਉਹ ਮਾਈ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਬਹੁਤ ਬਿਰਧ ਹੋ ਚੁੱਕੀ ਸੀ। ਉਹਨੇ ਆਪ ਆਪਣੇ ਹੱਥ ਨਾਲ ਸੂਤਰ ਕੱਤ ਕੇ ਥਾਨ ਬਣਾਇਆ ਬਸਤਰ। ਗੁਰੂ ਤੇਗ ਬਹਾਦਰ ਸਾਹਿਬ ਉਹ ਲੈਣਾ ਸੀ, ਇਸ ਕਰਕੇ ਆਗਰੇ ਪਹੁੰਚ ਗਏ। ਮਾਈ ਦਾ ਥਾਨ ਜਿੱਥੇ ਲਿਆ ਉਸ ਜਗ੍ਹਾ ਦਾ ਨਾਮ ਗੁਰਦੁਆਰਾ ਮਾਈ ਥਾਨ ਹੈ। ਆਗਰੇ ਦੇ ਵਿੱਚ ਗੁਰਦੁਆਰਾ ਮਾਈ ਥਾਨ, ਮਾਈ ਦੇ ਉੱਥੇ ਸਤਸੰਗ ਹੁੰਦਾ, ਕੀਰਤਨ ਹੁੰਦਾ। ਹੁਣ ਗੁਰਦੁਆਰਾ ਸੁੰਦਰ ਬਣ ਚੁੱਕਾ। ਸੋ ਖਾਲਸਾ ਜੀ ਉੱਥੇ ਜਾ ਕੇ ਸਤਿਗੁਰੂ ਗ੍ਰਿਫਤਾਰੀ ਕੀਤੀ ਹੈ 9ਵੇਂ ਪਾਤਸ਼ਾਹ ਜੀ ਨੇ। ਆਪ ਚੱਲ ਗੁਰ ਦਿੱਲੀ ਆਏ। ਤੇ ਉਥੋਂ ਮਹਾਰਾਜ ਗ੍ਰਿਫਤਾਰ ਕਰਕੇ ਸਤਿਗੁਰਾਂ ਨੂੰ ਦਿੱਲੀ ਲਿਆਂਦਾ ਗਿਆ। ਬੜੀ ਲੰਮੀ ਕਥਾ ਹੈ, ਜੇ ਆਪਾਂ ਕਰੀਏ ਕਈ ਘੰਟੇ ਲੱਗਦੇ। ਵਿਸਥਾਰ ਸੂਰਜ ਪ੍ਰਕਾਸ਼ ਪੜ੍ਹ ਸਕਦੇ ਹਾਂ, ਦੇਖ ਸਕਦੇ ਹਾਂ। ਮਹਾਰਾਜ ਦਿੱਲੀ ਆ ਗਏ ਜਦੋਂ ਚਾਂਦਨੀ ਚੌਂਕ ਸਤਿਗੁਰਾਂ ਨੂੰ ਕੋਤਵਾਲੀ ਦੇ ਵਿੱਚ ਪਹਿਲਾਂ ਨਜ਼ਰਬੰਦ ਰੱਖਿਆ ਗਿਆ। ਤੁਰਕਨ ਘਰ ਜਾ ਆਪ ਬੰਧਾਏ। ਆਪ ਤੁਰਕਾਂ ਦੇ ਘਰ ਪਹੁੰਚੇ ਸੱਚੇ ਪਾਤਸ਼ਾਹ, ਆਪ ਗ੍ਰਿਫਤਾਰੀ ਦਿੱਤੀ ਕਿਉਂਕਿ ਉਹਨਾਂ ਨੇ ਧਰਮ ਦੀ ਰਾਖੀ ਲਈ ਸੀਸ ਵਾਰਨਾ ਸੀ। ਦੋਹਰਾ ਦਿੱਲੀ ਦੁਆਰਾ ਖੜ ਗੁਰੂ ਦੁਸਾਲੋ ਦਿਓ ਕਲਾਏ। ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਦੁਸ਼ਾਲਾ ਆਪ ਭੇਜਿਆ ਸੀ ਨਾ ਆਗਰੇ ਦੇ ਵਿੱਚ। ਜਦੋਂ ਮਹਾਰਾਜ ਜਿੱਥੇ ਅੱਜ ਕੱਲ੍ਹ ਗੁਰੂ ਦਾ ਤਾਰ ਹੈ ਨਾ ਖਾਲਸਾ ਜੀ, ਇਹ ਆਗਰੇ ਸ਼ਹਿਰ ਦੇ ਬਾਹਰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਹੀ ਸਥਾਨ ਹੈ ਗੁਰੂ ਕਾ ਤਾਲ। ਉੱਥੇ ਬੜਾ ਪੁਰਾਣਾ ਤਾਲਾਬ ਬਾਦਸ਼ਾਹੀ ਸੀ ਤੇ ਕਹਿੰਦੇ ਵੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉੱਥੇ ਪਹਿਲਾਂ ਹੀ ਚਰਨ ਪਾਏ ਸਨ। ਉੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਥੜੇ ਤੇ ਜਾ ਬੈਠੇ ਤੇ ਇੱਕ ਆ ਜਿਹੜੀ ਭੇਡਾਂ ਚਾਰਨ ਵਾਲੇ ਹਸਨ ਅਲੀ ਨੂੰ ਬੁਲਾ ਕੇ ਕਹਿਣ ਲੱਗੇ, ਕਾਕਾ ਸਾਡਾ ਇੱਕ ਕੰਮ ਕਰ, ਸਾਨੂੰ ਖਾਣ ਵਾਸਤੇ ਬਾਜ਼ਾਰੋਂ ਮਠਿਆਈ ਲਿਆ ਕੇ ਦੇ। ਉਹ ਕਹਿੰਦਾ ਜੀ ਮੇਰੀਆਂ ਭੇਡਾਂ ਦਾ ਕੌਣ ਖਿਆਲ ਰੱਖੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭੇਡਾਂ ਤੇਰੀਆਂ ਕਿਤੇ ਨਹੀਂ ਜਾਂਦੀਆਂ, ਇੱਥੇ ਚੁਗਦੀਆਂ, ਅਸੀਂ ਬੈਠੇ ਹਾਂ ਤੇ ਤੂੰ ਸਾਡੇ ਵਾਸਤੇ ਮਠਿਆਈ ਲਿਆ। ਉਹ ਕਹਿੰਦਾ ਜੀ ਮਾਇਆ ਪੈਸੇ। ਮਹਾਰਾਜ ਨੇ ਆਪਣੇ ਹੱਥੋਂ ਬੜੀ ਕੀਮਤੀ ਹੀਰੇ ਵਾਲੀ ਛਾਪ ਲਾ ਕੇ ਦਿੱਤੀ। ਕਹਿੰਦੇ ਆ ਲੈ ਜਾ, ਛਾਪ ਦੀ ਮਠਿਆਈ ਲੈ ਆ। ਉਹ ਕਹਿੰਦਾ ਜੀ ਕੋਈ ਝੋਲਾ ਥੈਲਾ ਕੱਪੜਾ ਹੋਵੇ ਜਿਹਦੇ ਪਵਾ ਲਿਆਵਾਂ। ਉਦੋਂ ਮਠਿਆਈ ਪੈਕਿੰਗ ਨਹੀਂ ਸੀ ਹੁੰਦੀ, ਆਪਣੇ ਕੱਪੜੇ 'ਚ ਪਵਾ ਕੇ ਲਿਆਣੀ ਪੈਂਦੀ ਸੀ, ਪੁਰਾਣੇ ਜ਼ਮਾਨੇ ਦੀ ਗੱਲਾਂ। ਮਹਾਰਾਜ ਮੋਢੇ ਤੋਂ ਦੁਸ਼ਾਲਾ ਬਹੁਤ ਕੀਮਤੀ 2000 ਦਾ ਕਹਿੰਦੇ ਉਹ ਦੁਸ਼ਾਲਾ ਸੀ ਉਸ ਜ਼ਮਾਨੇ 'ਚ, ਉਹ ਦਿੱਤਾ, ਕਹਿੰਦੇ 'ਚ ਪਵਾ ਲਿਆਈ। ਜਦੋਂ ਉਹ ਲੈ ਕੇ ਤੁਰਿਆ ਤੇ ਪਿੱਛੋਂ ਭਾਈ ਮਤੀ ਦਾਸ ਜੀ ਬੜੇ ਹੈਰਾਨ ਹੋ ਕੇ ਪੁੱਛਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਤਾਂ ਕਦੀ ਬਾਜ਼ਾਰ ਦੀ ਮਠਿਆਈ ਖਾਧੀ ਨਹੀਂ, ਨਾ ਕਦੀ ਆਪ ਜੀ ਨੇ ਇਹੋ ਜਿਹੇ ਪਕਵਾਨਾਂ ਦੀ ਰਸ ਮਨ ਵਿੱਚ ਰੱਖਿਆ, ਬਿਰਤੀ ਨਹੀਂ ਰੱਖੀ। ਅਸੀਂ ਪ੍ਰਸ਼ਾਦਾ ਸੁੱਖਾ ਮਿੱਸਾ ਬਣਾ ਕੇ ਦਿੰਦੇ, ਤੁਸੀਂ ਛਕ ਲੈਂਦੇ ਹੋ। ਅੱਜ ਕੀ ਗੱਲ ਬਾਜ਼ਾਰ ਤੋਂ ਮਠਿਆਈ ਕਿਉਂ ਮੰਗਵਾ ਰਹੇ ਹੋ? ਮਹਾਰਾਜ ਕਹਿੰਦੇ ਮਤੀ ਦਾਸ ਜੀ ਕਰਤਾਰ ਦੇ ਰੰਗ ਦੇਖੀਦੇ ਹੁੰਦੇ ਆ, ਕੌਤਕ ਵੇਖੋ ਪਰਮੇਸ਼ਰ ਕੀ ਕਰਨ ਵਾਲਾ ਹੈ। ਹਸਨ ਅਲੀ ਜਿਹੜਾ ਸੀ ਸਾਧ ਸੰਗਤ ਜੀ, ਇਹਦੇ ਘਰ ਜਵਾਨ ਕੁੜੀ ਸੀ ਔਰ ਇਹਨੇ ਸੁਣਿਆ ਸੀ ਵੀ ਜਿਹੜਾ ਗੁਰੂ ਤੇਗ ਬਹਾਦਰ ਨੂੰ ਫੜਾਏਗਾ ਉਹਨੂੰ 500 ਰੁਪਈਆ ਇਨਾਮ ਮਿਲੇਗਾ। ਤਾਂ 500 ਲੱਖਾਂ ਵਰਗਾ ਸੀਗਾ, ਬੜਾ ਉਸ ਪੈਸੇ ਦਾ ਬੜਾ ਉਦੋਂ ਮੁੱਲ ਸੀ। ਪਰ ਉਹਨੂੰ ਨਹੀਂ ਪਤਾ ਵੀ ਮੈਂ ਕਿਹੜੇ ਕੰਮ ਲਈ ਜਾ ਰਿਹਾ। ਇਹੀ ਗੁਰੂ ਤੇਗ ਬਹਾਦਰ। ਕਹਿੰਦੇ ਹਸਨ ਅਲੀ ਲੈ ਕੇ ਉਹ ਦੁਸ਼ਾਲਾ ਤੇ ਛਾਪ ਮਠਿਆਈ ਦੀ ਦੁਕਾਨ ਤੇ ਜਿਹੜੀ ਅੱਜ ਆਗਰੇ ਸ਼ਹਿਰ ਦੇ ਵਿੱਚ ਚਬੂਤਰਾ ਹੈ ਉਹਦੇ ਲਾਗੇ ਅਜੇ ਵੀ ਉਹ ਦੁਕਾਨਾਂ ਕਹਿੰਦੇ ਮਠਿਆਈ ਦੀਆਂ, ਅਜੇ ਵੀ ਉੱਥੇ ਹਲਵਾਈਆਂ ਦੀਆਂ ਦੁਕਾਨਾਂ ਹਨ। ਤੇ ਉਹ ਚਬੂਤਰਾ, ਜਿੱਥੇ ਚਬੂਤਰੇ ਦਾ ਮਤਲਬ ਹੈ ਵੀ ਚੌਂਕੀ, ਪੁਲਿਸ ਚੌਂਕੀ, ਪੁਲਿਸ ਪੋਸਟ, ਉਹ ਜਿਹੜੀ ਉੱਥੇ ਸੀਗੀ। ਕੋਤਵਾਲ ਉੱਥੇ ਬੈਠਦਾ ਸੀ, ਨੇੜੇ ਹੀ ਸੀ ਹਲਵਾਈ ਦੀ ਦੁਕਾਨ ਦੇ। ਉੱਥੇ ਜਾ ਕੇ ਉਹਨੇ ਛਾਪ ਰੱਖ ਦਿੱਤੀ, ਕਹਿਣ ਲੱਗਾ ਜੀ ਆ ਛਾਪ ਲੈ ਲਓ ਤੇ ਇਹਦੇ 'ਚ ਮਠਿਆਈ ਪਾ ਦਿਓ, ਕਿਉਂਕਿ ਉਹ ਵਿਚਾਰਾ ਗਰੀਬ ਆਦਮੀ ਸੀ। ਉਹਨੇ ਕਿਹੜਾ ਕਦੀ ਮਠਿਆਈ ਖਰੀਦੀ ਸੀ, ਬਹੁਤ ਗਰੀਬ ਸੀ ਆ ਜਿਹੜੀ ਸੀ। ਉਹਨੂੰ ਇਹ ਪਤਾ ਹੀ ਨਹੀਂ ਸੀ ਵੀ ਛਾਪ ਦਾ ਮੁੱਲ ਕਰਾਈਦਾ, ਛਾਪ ਦੇ ਬਾਕੀ ਪੈਸੇ ਲੈਣੇ ਆ ਜਾਂ ਕੀ ਕਰਨਾ। ਉਹਨੇ ਛਾਪ ਸਿੱਧੇ ਜੀ ਰੱਖ ਦਿੱਤੀ, ਕੱਪੜਾ ਇਦਾਂ ਕਰਤਾ। ਹਲਵਾਈ ਦੇਖੇ ਵੀ ਇਹ ਤੇ ਕੰਮ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਾਜ ਵਾਲੀ ਗੱਲ ਬਣੀ ਪਈ ਹੈ, ਇਹ ਕੋਈ ਚੋਰੀ ਕਰਕੇ ਲਿਆਇਆ।
ਇੰਨੀ ਮਹਿੰਗੀ ਛਾਪ ਹੈ, ਹਜ਼ਾਰਾਂ ਰੁਪਇਆਂ ਦੀ, ਇੰਨਾ ਮਹਿੰਗਾ ਕੱਪੜਾ, ਇਹਦੇ 'ਚ ਮਠਿਆਈ ਪਾਏਗਾ। ਉਹਨੇ ਬਾਹੋਂ ਫੜ ਲਿਆ ਤੇ ਜਾ ਕੇ ਕੋਤਵਾਲ ਕੋਲ ਪੇਸ਼ ਕਰ ਦਿੱਤਾ, ਜੀ ਆਹ ਚੋਰ ਮੇਰੇ ਕੋਲ ਛਾਪ ਲਿਆਇਆ ਤੇ ਦੁਸ਼ਾਲਾ ਕਿਤੇ ਮੈਨੂੰ ਨਾ ਫਸਾ ਦੇਵੇ। ਕੋਤਵਾਲ ਨੇ ਦਬਕਾ ਮਾਰਿਆ, ਓਏ ਕੌਣ ਹੈ ਤੂੰ, ਕਿੱਥੋਂ ਚੋਰੀ ਕੀਤੀ ਹੈ? ਉਹ ਕਹਿੰਦਾ, ਜੀ ਅੱਲਾਹ ਤਾਲਾ ਦੀ ਕਸਮ ਮੈਂ ਕੋਈ ਚੋਰੀ ਨਹੀਂ ਕੀਤੀ, ਮੈਨੂੰ ਕੋਈ ਮਹਾਂਪੁਰਸ਼ ਬਾਹਰ ਬੈਠੇ ਉਹਨਾਂ ਨੇ ਛਾਪ ਦਿੱਤੀ ਆ, ਮਠਿਆਈ ਦੇਣ ਵਾਸਤੇ ਭੇਜਿਆ। ਉਹ ਕਹਿਣ ਲੱਗੇ ਵੀ ਇਹੋ ਜਿਹਾ ਕਿਹੜਾ ਮਹਾਂਪੁਰਸ਼ ਹੈ ਜਿਹੜਾ ਛਾਪ ਐਵੇਂ ਦੇ ਦੇਗਾ, ਲੱਖਾਂ ਹਜ਼ਾਰਾਂ ਰੁਪਇਆਂ ਦੀ ਛਾਪ ਹੈ, ਦੁਸ਼ਾਲਾ ਬੜਾ ਮਹਿੰਗਾ ਹੈ, ਤੇ ਮਠਿਆਈ ਦੇ ਬਦਲੇ ਕੌਣ ਦੇਗਾ ਬਿਨਾਂ ਜਾਣ ਪਛਾਣ ਦੇ? ਉਹਨੇ 5 ਬੰਦੇ ਫਟਾਫਟ ਘੋੜ ਸਵਾਰ ਭੇਜੇ। ਗੁਰੂ ਕੇ ਤਾਲ ਵਾਲੀ ਥਾਂ ਤੇ ਆ ਕੇ ਉਹਨਾਂ ਸਿਪਾਹੀਆਂ ਨੇ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਜੀ, ਮਹਾਰਾਜ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਕੀ ਪ੍ਰਯੋਜਨ ਹੈ, ਤੁਸੀਂ ਕਿਸੇ ਬੰਦੇ ਨੂੰ ਛਾਪ ਦਿੱਤੀ ਹੈ? ਮਹਾਰਾਜ ਕਹਿਣ ਲੱਗੇ, ਹਾਂ ਛਾਪ ਅਸੀਂ ਦਿੱਤੀ, ਆਜੜੀ ਨੂੰ ਆ ਭੇਡਾਂ ਉਹਦੀਆਂ ਚੁਗਦੀਆਂ ਪਈਆਂ, ਮਠਿਆਈ ਲੈਣ ਭੇਜਿਆ। ਸਾਡਾ ਨਾਮ ਗੁਰੂ ਤੇਗ ਬਹਾਦਰ, ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਆ। ਉਹ ਲੱਭਦੇ ਫਿਰਦੇ ਸੀਗੇ, ਉਹ ਭੱਜ ਕੇ ਗਏ, ਕਹਿਣ ਲੱਗੇ, ਜੀ ਗੁਰੂ ਤੇਗ ਬਹਾਦਰ ਬੈਠੇ ਆ 5 ਸਿੱਖਾਂ ਸਮੇਤ। ਉਸੇ ਵੇਲੇ ਆ ਕੇ ਕੋਤਵਾਲ ਨੇ ਬਾਗ ਨੂੰ ਘੇਰਾ ਪਾ ਲਿਆ। 400 ਸਿਪਾਹੀ ਕਹਿੰਦੇ ਆਏ ਸਨ। 400 ਸਿਪਾਹੀਆਂ ਸਮੇਤ ਘੇਰਾ ਪਾ ਕੇ ਜਿੱਥੇ ਸਤਿਗੁਰੂ ਬੈਠੇ ਸਨ ਉਸ ਤੋਂ 10 ਕਦਮ ਪਰੇ ਇੱਕ ਪੁਰਾਣੀ ਬਿਲਡਿੰਗ ਸੀ, ਉਸ 'ਚ ਮਹਾਰਾਜ ਨੂੰ ਨਜ਼ਰਬੰਦ ਕਰ ਲਿਆ। ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਔਰੰਗਜ਼ੇਬ ਬਾਦਸ਼ਾਹ ਕੋਲ ਲੈ ਜਾਣਾ, ਸਾਡੀ ਮਜਬੂਰੀ, ਸਾਡੀ ਡਿਊਟੀ। ਮਹਾਰਾਜ ਕਹਿੰਦੇ, ਅਸੀਂ ਆਪ ਹੀ ਇੱਥੇ ਇਸੇ ਵਾਸਤੇ ਆਏ ਹਾਂ। ਫਿਰ ਉੱਥੋਂ ਸਤਿਗੁਰੂ ਜੀ ਨੂੰ ਉੱਥੇ ਰੱਖਿਆ ਤੇ ਦਿੱਲੀ ਖਬਰ ਕੀਤੀ ਬਾਦਸ਼ਾਹ ਕੋਲ ਵੀ ਏਦਾਂ ਏਦਾਂ ਗੁਰੂ ਤੇਗ ਬਹਾਦਰ ਸਾਡੇ ਕੋਲ ਆ ਗਏ, ਨਜ਼ਰਬੰਦਾਂ ਉਹਨਾਂ ਨੂੰ ਕਿੱਦਾਂ ਭੇਜੀਏ? ਬਾਦਸ਼ਾਹ ਨੇ 12,000 ਫੌਜ ਦਿੱਲੀ ਤੋਂ ਭੇਜੀ। 12,000 ਫੌਜ ਚੋਂ 3,000 ਅੱਗੇ, 3 ਪਿੱਛੇ, 3 ਸੱਜੇ, 3 ਖੱਬੇ, ਤਾਂ ਕਿ ਗੁਰੂ ਤੇਗ ਬਹਾਦਰ ਨੂੰ ਕੋਈ ਛੁਡਾ ਕੇ ਨਾ ਲੈ ਜਾਏ, ਕਿਉਂਕਿ ਉਹਨਾਂ ਦਾ ਉਸ ਵੇਲੇ ਪ੍ਰਤਾਪ ਸਾਰੀ ਦੁਨੀਆ ਵਿੱਚ ਸੀ ਕਿ ਕੋਈ ਹਿੰਦੂ ਰਾਜਾ, ਕੋਈ ਰਾਜਸਥਾਨ ਦਾ ਰਾਜਾ ਹੀ ਨਾ ਹਮਲਾ ਕਰ ਦੇਵੇ, ਕੋਈ ਸਿੱਖਾਂ ਦਾ ਹੀ ਹਮਲਾ ਨਾ ਕਰ ਦੇਵੇ, ਕੋਈ ਛੁਡਾ ਕੇ ਨਾ ਲੈ ਜਾਏ। ਸੋ ਸਤਿਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ, ਜਿੱਥੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੜੇ ਸਤਿਕਾਰ ਨਾਲ ਬਾਦਸ਼ਾਹ ਔਰੰਗਜ਼ੇਬ ਨੇ ਰੱਖਿਆ। ਬੇਨਤੀਆਂ ਕਰਦਾ ਰਿਹਾ, ਮਹਾਰਾਜ ਤੁਸੀਂ ਕੋਈ ਐਸਾ ਰਾਹ ਕੱਢੋ ਵੀ ਹਿੰਦੂ ਤੇ ਮੁਸਲਮਾਨ ਆਪਸ 'ਚ ਲੜੀ ਜਾਂਦੇ ਇਕੱਠੇ ਹੋ ਜਾਣ। ਮਹਾਰਾਜ ਕਹਿੰਦੇ, ਤੂੰ ਕੀ ਚਾਹੁੰਦਾ? ਕਹਿੰਦਾ, ਮੈਂ ਚਾਹੁੰਦਾ ਵੀ ਇਹ ਮੁਸਲਮਾਨ ਬਣ ਜਾਣ ਤੇ ਲੜਾਈ ਖਤਮ ਹੋ ਜਾਵੇ, ਤੁਹਾਡੀ ਕੀ ਰਾਏ ਹੈ? ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਸਾਡੀ ਰਾਏ ਬਾਅਦ 'ਚ ਦੱਸਾਂਗੇ, ਪਹਿਲਾਂ ਸਾਡੇ ਕੇ ਕੰਮ ਕਰ। ਕਹਿੰਦਾ, ਦੱਸੋ? ਮਹਾਰਾਜ ਕਹਿੰਦੇ, 5 ਮਣ ਕਾਲੀਆਂ ਮਿਰਚਾਂ ਅੱਗ ਲਾ ਕੇ ਸਾੜ। 5 ਮਣ ਕਾਲੀਆਂ ਮਿਰਚਾਂ, ਪਾਈਆ ਮਿਰਚਾਂ ਕਿਸੇ ਚੰਗੇ ਤੋਂ ਹਿਸਾਬ ਕਿਤਾਬ ਵਾਲੇ ਨੂੰ ਦੇ ਦਿਓ ਤੇ ਉਹਨੂੰ ਕਹਿ ਵੀ ਪਾਈਆ ਮਿਰਚਾਂ ਦੇ ਦਾਣੇ ਨਹੀਂ ਗਿਣੇ ਜਾਂਦੇ, ਪਾਈਆ ਮਿਰਚਾਂ ਦੇ ਦਾਣੇ ਸਹੀ ਨਹੀਂ ਬੰਦਾ ਗਿਣ ਸਕਦਾ ਵੀ ਕਿੰਨੇ ਕੁ 100 ਹਨ, ਕਿੰਨੇ ਹਜ਼ਾਰ ਹਨ। ਤੇ 5 ਮਣ ਕਾਲੀਆਂ ਮਿਰਚਾਂ ਅੱਗ ਲਾ ਦਿੱਤੀ, ਸਾੜ ਦਿੱਤੀਆਂ। ਕਹਿੰਦੇ, ਹੁਣ ਕੀ ਕਰੀਏ? ਮਹਾਰਾਜ ਕਹਿੰਦੇ, ਇਹਨੂੰ ਮਸਲ ਦਿਓ। ਜਦੋਂ ਮਸਲ ਦਿੱਤੀਆਂ ਤੇ ਕੱਪੜ ਛਾਣ ਕਰ ਦਿਓ। ਕੱਪੜ ਛਾਣ ਕਰ ਦਿੱਤੀ, ਸੁਆਹ ਉਹਦੀ ਛਣ ਗਈ, ਸਭ ਕੁਝ। 3 ਦਾਣੇ ਸਾਬਤ ਨਿਕਲੇ। ਜਦੋਂ 3 ਦਾਣੇ ਸਾਬਤ ਨਿਕਲੇ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ, ਜੀ 3 ਦਾਣੇ ਬਚੇ ਆ। ਮਹਾਰਾਜ ਕਹਿੰਦੇ, ਬਾਦਸ਼ਾਹ ਨੂੰ ਦਿਖਾਓ। ਤੇ ਸਵਾਲ ਦਾ ਜਵਾਬ ਆ ਗਿਆ। ਬਾਦਸ਼ਾਹ ਕਹਿੰਦਾ, ਮੈਨੂੰ ਕੀ ਪਤਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਕਹਿੰਦੇ, ਤੂੰ ਤੇ 2 ਤੋਂ 1 ਕਰਨਾ ਚਾਹੁੰਦਾ ਹੈ, 2 ਤੋਂ 1 ਕਰਨਾ ਚਾਹੁੰਦਾ ਹੈ, ਪਰ ਅਕਾਲ ਪੁਰਖ ਪਰਮੇਸ਼ਰ ਨੂੰ ਮਨਜ਼ੂਰ ਹੈ ਦੂਸਰੇ ਦੀ ਥਾਂ ਤੇ ਤੀਸਰਾ ਪੰਥ ਵੀ ਚੱਲਣ ਵਾਲਾ ਹੈ। 2 ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਤੀਸਰਾ ਪੰਥ ਖਾਲਸਾ ਪੰਥ ਕਰੋ, ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗ੍ਹਾ ਸਿੰਘ ਜੋਧੇ ਧਰੈ ਨੀਲ ਭੇਸਾ। ਇਹ ਤੀਸਰਾ ਪੰਥ ਖਾਲਸਾ ਚੱਲਣ ਵਾਲਾ, ਤੂੰ ਤੇ 2 ਤੋਂ 1 ਕਰਨਾ ਚਾਹੁੰਦਾ। ਐਸੇ ਜਵਾਬ ਸੁਣ ਕੇ ਔਰੰਗਜ਼ੇਬ ਨੇ ਸਮਝ ਲਿਆ ਵੀ ਇਹ ਹੁਣ ਮੇਰੀ ਈਨ ਨਹੀਂ ਮੰਨਣਗੇ। ਪਾਤਸ਼ਾਹ ਨੂੰ ਪਿੰਜਰੇ ਵਿੱਚ ਵੀ ਰੱਖਿਆ ਗਿਆ, ਹੋਰ ਵੀ ਬੜੇ ਕਸ਼ਟ ਦਿੱਤੇ। ਅਖੀਰ ਸਾਹਮਣੇ ਭਾਈ ਮਤੀ ਦਾਸ ਜੀ ਵਰਗੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਆਰਿਆਂ ਨਾਲ ਚੀਰ ਕੇ, ਦੇਗਾਂ 'ਚੋਂ ਬਾਲ ਕੇ, ਰੂਈ 'ਚ ਸਾੜ ਕੇ। ਅਡੋਲ ਰਹਿ ਕੇ 11 ਨਵੰਬਰ ਸਨ 1675 ਨੂੰ ਮਹਾਰਾਜ ਸੱਚੇ ਪਾਤਸ਼ਾਹ ਚਾਂਦਨੀ ਚੌਂਕ ਵਿੱਚ ਸੀਸ ਦਿਆ ਪਰ ਸਿਰ ਨਾ ਦਿਆ, ਮਹਾਨ ਸਾਕਾ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਉਹ ਸ਼ਹੀਦੀ ਦਾ ਅਸਰ ਹਿੰਦੁਸਤਾਨ ਦੇ ਲੋਕਾਂ ਦੇ ਪਿਆ। ਉਹ ਜਿਹੜੇ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਡਰਦੇ ਮਾਰੇ ਮੁਸਲਮਾਨ ਬਣ ਰਹੇ ਸਨ, ਉਹਨਾਂ ਦੇ ਅੰਦਰ ਗੱਲ ਆਈ ਵੀ ਮਰਨਾ ਤਾਂ ਫੇਰ ਵੀ ਹੈ, ਕਿਉਂ ਨਾ ਅਸੀਂ ਆਪਣੇ ਧਰਮ 'ਚ ਰਹਿ ਕੇ ਮਰੀਏ।
ਉਹ ਹਿੰਦੂ ਧਰਮ ਤਾਂ ਬਚਿਆ ਜੇ ਗੁਰੂ ਤੇਗ ਬਹਾਦਰ ਸਾਹਿਬ ਆਦਰਸ਼ ਨਾ ਬਣਦੇ ਉਹ ਬੇੜਾ ਡੁੱਬ ਜਾਣਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਉਹਨਾਂ ਲੋਕਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਗਿੱਦੜੋਂ ਸ਼ੇਰ ਬਣਾ ਕੇ ਚਿੜੀਆਂ ਤੋਂ ਬਾਜ ਤੁੜਾ ਕੇ 10ਵੇਂ ਪਾਤਸ਼ਾਹ ਮਹਾਰਾਜ ਨੇ ਉਹ ਕ੍ਰਿਸ਼ਮਾ ਕੀਤਾ ਜਿਹੜਾ ਸੰਸਾਰ ਦੇ ਅੰਦਰ ਵਿਲੱਖਣ ਹੈ। ਭਾਈ ਸਾਹਿਬ ਰਤਨ ਸਿੰਘ ਜੀ ਕੈਪਟਨ ਮਰੀ ਨੂੰ ਇਹ ਗੱਲਾਂ ਦੱਸ ਰਹੇ ਹੈ। ਸੋ ਸਾਧ ਸੰਗਤ ਜੀ, ਉਹ ਹੁਣ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਨੇ ਵੀ ਕਲਗੀਧਰ ਦੇ ਪੰਥ ਕਿਵੇਂ ਸਾਜਿਆ ਤੇ ਪੰਥ ਸਾਜ ਕੇ ਉਸ ਪੰਥ ਨੂੰ ਰਾਜ ਦਾ ਵਰਦਾਨ ਦਿੱਤਾ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਉਸੇ ਪੰਥ ਖਾਲਸੇ ਦਾ ਆਪਾਂ ਇਹ ਸਰੂਪ ਦੇਖ ਰਹੇ ਹਾਂ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦੀਆਂ ਬਰਕਤਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਪ੍ਰਤਾਪ ਹੈ। ਇਤਨੇ ਭਜਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਪ੍ਰਾਣ ਨਾਥ ਨਾ ਸਕੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ, ਅੰਧ ਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ ਆਏ, ਪ੍ਰਭ ਸਰਨਾਗਤੀ ਕਿਰਪਾ ਏਕ ਅਖਰ ਹਰ ਮਨ ਬਸਤੁ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੁਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੁਤਰੇ।